ਪਿਆਰੀ ਸਾਧ ਸੰਗਤ ਜੀ, ਆਓ ਸਾਰੇ ਰਸਨਾਂ ਨੂੰ ਪਵਿੱਤਰ ਕਰੀਏ ਅਤੇ ਪਿਆਰ ਨਾਲ ਗੱਜ ਵੱਜ ਕੇ ਬੋਲੋ ਜੀ, ਜੈ ਗੁਰਦੇਵ, ਧੰਨ ਗੁਰਦੇਵ, ਜੈ ਸੰਤਾਂ ਦੇ। ਗੁਰਮੁਖੋ ਪਿਆਰਿਓ, ਦੁਨੀਆ ਦੇ ਇਤਿਹਾਸ ਵਿੱਚ ਕੋਈ ਐਸਾ ਦੇਸ਼ ਨਹੀਂ ਹੈ, ਕੋਈ ਐਸੀ ਕੌਮ ਨਹੀਂ ਹੈ ਜਿਸ ਦੇ ਵਿੱਚ ਸੰਤ ਮਹਾਂਪੁਰਸ਼ ਪ੍ਰਗਟ ਨਹੀਂ ਹੋਏ। ਹਰ ਯੁੱਗ ਦੇ ਵਿੱਚ, ਜਿਸ ਤਰ੍ਹਾਂ ਪਾਵਨ ਬਾਣੀ ਵਿੱਚ ਵੀ ਲਿਖਿਆ ਹੈ ਕਿ ਜਦੋਂ ਜਦੋਂ ਵੀ ਧਰਮ ਦੀ ਹਾਨੀ ਹੁੰਦੀ ਹੈ, ਔਰ ਧਰਮ ਦੀ ਹਾਨੀ ਕਿਸੇ ਵੇਲੇ ਵੀ ਕਿਸੇ ਮੁਲਕ ਦੇ ਵਿੱਚ ਜਾਂ ਕਿਸੇ ਖਿੱਤੇ ਦੇ ਵਿੱਚ ਦੀ ਗੱਲ ਨਹੀਂ ਹੁੰਦੀ। ਧਰਮ ਦੀ ਹਾਨੀ ਜਦੋਂ ਸਾਡੇ ਅੰਦਰ ਹੁੰਦੀ ਹੈ, ਐਸ ਅੰਦਰ 'ਚ, ਉਸ ਵੇਲੇ ਹਰੀ ਪਰਮ ਪਿਤਾ ਉਹ ਪ੍ਰਗਟ ਹੁੰਦਾ ਹੈ ਔਰ ਇਹ ਸਾਨੂੰ ਸੱਚ ਦੇ ਨਾਲ ਜੋੜਦਾ ਹੈ, ਸੱਚੇ ਮਾਰਗ ਦਾ ਉਹ ਪਤਾ ਦੱਸਦਾ ਹੈ। ਇਤਿਹਾਸ ਦੇ ਵਿੱਚ ਜਦੋਂ ਤੋਂ ਸ੍ਰਿਸ਼ਟੀ ਦੀ ਸਿਰਜਣਾ ਹੋਈ, ਤੁਸੀਂ ਜੇ ਕ੍ਰਿਸਚੈਨਿਟੀ ਨੂੰ ਦੇਖੀਏ, ਈਸਾਈ ਮਤ ਨੂੰ, ਤੇ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਇਨਸਾਨ ਨੂੰ ਬਣਾਉਣ ਤੋਂ ਪਹਿਲਾਂ ਵੀ ਸਤਿਗੁਰੂ ਵਿਆਪਕ ਸੀ। ਇਹਦੇ ਵਿੱਚ ਰਤੀ ਭਰ ਸ਼ੱਕ ਨਹੀਂ ਕਿ ਹਰੀ ਉਹ ਹਮੇਸ਼ਾ ਸੰਸਾਰ ਵਿੱਚ ਰਿਹਾ ਹੈ। ਪਹਿਲਾਂ ਜਦੋਂ ਕੁਝ ਵੀ ਨਹੀਂ ਸਨ, ਸੂਰਜ ਚੰਦ ਤਾਰੇ ਵੀ ਨਹੀਂ ਸਨ, ਧਰਤੀ ਅਗਨੀ ਜਲ ਵਾਯੂ ਜੀਵ ਆਕਾਸ਼, ਇਹ 9 ਖੰਡ ਜਿਹੜੇ ਪ੍ਰਿਥਵੀ ਦੇ ਨੇ, ਇਹ ਨਹੀਂ ਸੀ। ਤਦ ਵੀ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਿਆਪਕ ਸੀ। ਔਰ ਚਾਹੇ ਅਕਾਲ ਪੁਰਖ ਵਿਆਪਕ ਹਮੇਸ਼ਾ ਹੀ ਹੁੰਦਾ ਹੈ, ਲੇਕਿਨ ਇਸ ਦਾ ਬੋਧ ਦੇਣ ਵਾਸਤੇ ਜਦ ਤੱਕ ਸਤਿਗੁਰੂ ਵਿਆਪਕ ਨਹੀਂ ਹੁੰਦਾ, ਜਦ ਤੱਕ ਸੰਤ ਇਸ ਧਰਤੀ ਤੇ ਨਹੀਂ ਆਉਂਦੇ, ਤਦ ਤੱਕ ਹਰੀ ਦਾ ਬੋਧ ਨਹੀਂ ਹੋ ਸਕਦਾ। ਇਹ ਜੋ ਵਿਧੀ ਵਿਧਾਨ ਬਣਿਆ ਹੈ, ਹਰੀ ਨੇ ਬਣਾਇਆ ਹੈ, ਸੋਹਣ ਨੇ ਬਣਾਇਆ ਹੈ, ਔਰ ਇਹ ਆਦਿ ਕਾਲ ਤੋਂ ਇੰਝ ਹੀ ਚੱਲ ਰਿਹਾ ਹੈ। ਸੋ ਸਾਧ ਸੰਗਤ, ਬ੍ਰਹਮਾ ਵਿਸ਼ਨੂੰ ਮਹੇਸ਼ ਤੋਂ ਲੈ ਕੇ, ਕਿਉਂਕਿ ਉਹ ਕੋਈ ਵੱਖੋ ਵੱਖ ਬੰਦੇ ਨਹੀਂ ਸਨ, ਪਰਮਾਤਮਾ ਦੀਆਂ ਹੀ 3 ਸ਼ਕਤੀਆਂ ਦਾ ਨਾਮ ਬ੍ਰਹਮਾ ਵਿਸ਼ਨੂੰ ਮਹੇਸ਼ ਹੈ। ਜਿਸ ਤਰ੍ਹਾਂ ਮਰਜ਼ੀ ਕਹਾਣੀਆਂ ਘੜ ਲਈਆਂ ਜਾਣ, ਇਹਦੇ ਵਿੱਚ ਨਹੀਂ, ਜੋ ਸੱਚਾਈ ਹੈ ਉਹ ਹੈ ਕਿ ਪਰਮਾਤਮਾ ਹੀ ਸਾਨੂੰ ਪੈਦਾ ਕਰਨ ਵਾਲਾ ਹੈ, ਪਰਮਾਤਮਾ ਹੀ ਸਾਨੂੰ ਪਾਲਣਾ ਕਰਨ ਵਾਲਾ ਹੈ ਸਾਡੀ, ਔਰ ਪਰਮਾਤਮਾ ਹੀ ਵਿਨਾਸ਼ ਕਰਨ ਵਾਲਾ ਹੈ। ਇਹ ਸਾਰੀਆਂ ਸ਼ਕਤੀਆਂ ਇੱਕ ਸੋਹਣ ਦੀਆਂ, ਇੱਕ ਹਰੀ ਦੀਆਂ ਹੀ ਹਨ। ਔਰ ਐਸੇ ਪਰਮਾਤਮਾ ਨੂੰ ਦਰਸਾਉਣ ਵਾਸਤੇ ਹਰ ਯੁੱਗ ਦੇ ਵਿੱਚ ਅਨੇਕ ਸੰਤ ਹੋਏ ਹਨ। ਅੱਜ ਤੋਂ 5000 ਸਾਲ ਪਹਿਲਾਂ ਜੇ ਮੈਂ ਇਤਿਹਾਸ ਦੇਖਦਾ ਹਾਂ ਤੇ ਐਵੇਂ ਪੰਡਤਾਂ ਦੀਆਂ ਗੱਲਾਂ ਪਿੱਛੇ ਨਹੀਂ ਜਾਂਦੇ। ਜੇ ਅਸੀਂ ਦੇਖੀਏ ਤੇ ਪਹਿਲਾਂ ਦੱਸਦੇ ਨੇ ਸ਼੍ਰੀ ਰਾਮ ਜੀ ਸੰਸਾਰ ਵਿੱਚ ਆਏ। ਇਸ ਵਾਦ ਵਿਵਾਦ ਵਿੱਚ ਅਸੀਂ ਕਾਂਸ਼ੀ ਟੀਵੀ ਤੇ ਨਹੀਂ ਪੈਂਦੇ ਕਿ ਰਾਵਣ ਹੋਇਆ ਸੀ ਕਿ ਨਹੀਂ ਸੀ ਹੋਇਆ, ਰਾਮ ਜੀ ਹੋਏ ਸਨ ਜਾਂ ਨਹੀਂ ਸਨ ਹੋਏ, ਲੇਕਿਨ ਜੋ ਮਰਿਆਦਾ ਹੈ ਉਹ ਤੁਹਾਡੇ ਸਾਹਮਣੇ ਅਵਸ਼ ਹੈ। ਉਹ ਅੱਜ ਵੀ ਲਾਭਦਾਇਕ ਹੈ। ਉਸ ਨੂੰ ਅੱਜ ਵੀ ਕੋਈ ਉਸ ਮਰਿਆਦਾ ਤੇ ਆਪਣੇ ਘਰ ਵਿੱਚ ਚੱਲੇ, ਪਰਿਵਾਰ ਵਿੱਚ ਚੱਲੇ, ਉਹ ਹਮੇਸ਼ਾ ਉਹਨੂੰ ਲਾਭਦਾਇਕ ਹੋਏਗੀ। ਔਰ ਉਸ ਵੇਲੇ ਵੀ ਬੇਸ਼ੱਕ ਅਨੇਕਾਂ ਅਮੀਰ ਰਾਜੇ ਮਹਾਰਾਜੇ ਹੋਣਗੇ, ਲੇਕਿਨ ਅਗਰ ਸ਼੍ਰੀ ਰਾਮ ਦੇ ਵੀ ਕਿਸੇ ਨੇ ਹੱਥ ਫੜਿਆ, ਉਹਨਾਂ ਦੀ ਉਸ ਸੱਚਾਈ ਨੂੰ ਸਮਝੇ ਤੇ ਗਰੀਬ ਬੰਦੇ ਹੀ ਸਨ। ਅਸੀਂ ਜਦੋਂ ਦੇਖਦੇ ਹਾਂ ਕਿ ਜਦੋਂ
ਬਨਵਾਸ ਜਾਣ ਲੱਗੇ ਨੇ ਤੇ ਉਹ ਜਿਹੜਾ ਸਰਯੂ ਨਦੀ ਨੂੰ ਪਾਰ ਕਰਾਉਣ ਵਾਲਾ ਸੀ, ਬੇੜੀ ਦਾ ਮਲਾਹ, ਬੇੜੀ ਵਾਲਾ, ਉਹ ਕੋਈ ਉੱਚੀ ਜਾਤੀ ਦਾ ਨਹੀਂ ਸੀ, ਕਿਉਂਕਿ ਅਸੀਂ ਜਾਣਦੇ ਹਾਂ ਇਸ ਤਰ੍ਹਾਂ ਦੇ ਕਾਰਜ ਗਰੀਬ ਵਿਚਾਰੇ ਹੀ ਕਰਦੇ ਹਨ। ਬੇੜੀ ਤੋਂ ਪਾਰ ਲਗਾਣਾ, ਆਨਾ ਦੋ ਆਨੇ ਲੈਣੇ, ਪੈਸਾ ਦੋ ਪੈਸੇ ਹੋਣਗੇ ਉਸ ਵੇਲੇ। ਔਰ ਉਹ ਜਦੋਂ ਸ਼੍ਰੀ ਰਾਮ ਨੂੰ ਬਿਠਾ ਕੇ ਜਾਣ ਲੱਗਾ ਤੇ ਨਦੀ ਦੇ ਵਿੱਚ ਜਾ ਕੇ ਹੀ ਚੱਕਰ ਲਗਾਈ ਜਾਏ, ਅੱਗੇ ਪਿੱਛੇ ਅੱਗੇ ਪਿੱਛੇ। ਕਿਉਂ? ਉਸ ਨੂੰ ਪਤਾ ਸੀ ਕਿ ਹਰੀ ਦਾ ਜਿਹੜਾ ਸਰਵ-ਵਿਆਪਕ ਰਾਮ ਹੈ, ਉਸ ਇਸ ਵੇਲੇ ਇਸ ਰਾਮ ਤੋਂ ਪ੍ਰਾਪਤੀ ਹੋ ਸਕਦੀ। ਔਰ ਜਦੋਂ ਪਾਰ ਗਏ ਤੇ ਉਹਨਾਂ ਦਾ ਬਹੁਤ ਸੁੰਦਰ ਔਰ ਬੜਾ ਪਿਆਰਾ ਦੋਸਤ ਗਊ ਜੰਗਲ ਦੇ ਵਿੱਚ, ਪਹਿਲੀ ਰਾਤ ਉਹਨਾਂ ਨੇ ਉਹਦੇ ਕੋਲ ਕੱਟੀ, ਉਹਦੀ ਚੌਂਪੜੀ 'ਚ ਕੱਟੀ, ਉਹਦੇ ਡੇਰੇ ਤੇ ਕੱਟੀ। ਉਹ ਵੀ ਕੋਈ ਬੜੀ ਉੱਚੀ ਜਾਤੀ ਦਾ ਨਹੀਂ ਸੀ। ਤੇ ਫਿਰ ਉਹ ਭਗਵਾਨ ਸ਼੍ਰੀ ਵਾਲਮੀਕ ਜੀ ਦੇ ਆਸ਼ਰਮ 'ਚ ਗਏ ਔਰ ਭਗਵਾਨ ਸ਼੍ਰੀ ਵਾਲਮੀਕ ਜੀ ਨੂੰ ਉਹਨਾਂ ਨੇ ਪੁੱਛਿਆ ਕਿ ਮੈਂ ਇਹੋ ਜਿਹੀ ਜਗ੍ਹਾ ਰਹਿਣਾ ਚਾਹੁੰਦਾ, 14 ਸਾਲ ਮੈਂ ਕੱਟਣੇ ਨੇ, ਮੈਨੂੰ ਤੁਸੀਂ ਆਸ਼ੀਰਵਾਦ ਦਿਓ ਜਿੱਥੇ ਮੈਂ ਆਪਣੇ ਭਰਾ ਤੇ ਪਤਨੀ ਦੇ ਨਾਲ ਸੁਖਮਈ ਰਹਿ ਸਕਾਂ। ਇਸੇ ਤਰ੍ਹਾਂ ਹੀ ਫਿਰ ਜੇ ਉਹਨਾਂ ਨੇ ਕਿਸੇ ਨੇ ਉਹਨਾਂ ਦਾ ਸਹਾਰਾ ਦਿੱਤਾ, ਜੇ ਸੀਤਾ ਮਾਤਾ ਨੂੰ, ਜਿਵੇਂ ਦੱਸਦੇ ਨੇ ਕਿਤਾਬਾਂ 'ਚ ਕਿ ਰਾਵਣ ਲਿਜਾ ਰਿਹਾ ਸੀ ਤੇ ਰਸਤੇ ਵਿੱਚ ਜਟਾਯੂ ਨੇ ਰੋਕਿਆ। ਉਹ ਵੀ ਕੋਈ ਬ੍ਰਾਹਮਣ ਜਾਤੀ ਦਾ ਨਹੀਂ ਸੀ, ਕੋਈ ਖੱਤਰੀ ਦਾ ਨਹੀਂ ਸੀ, ਕੋਈ ਉੱਚਾ ਨਹੀਂ ਸੀ। ਉਹਨੇ ਆਪਣੀ ਜਾਨ ਤੱਕ ਉਹਨਾਂ ਦੇ ਉੱਤੋਂ ਕੁਰਬਾਨ ਕਰ ਦਿੱਤੀ। ਔਰ ਫਿਰ ਜੇ ਸਾਥ ਵੀ ਦਿੱਤਾ ਹੈ, ਔਰ ਉਹ ਜਿਹਨੂੰ ਵਾਨਰ ਸੈਨਾ ਕਹਿੰਦੇ ਨੇ, ਉਹੀ ਮੈਂ ਕਿਹਾ ਕਰਨਾ ਪੰਡਤਾਂ ਨੂੰ, ਤੁਸੀਂ ਐਵੇਂ ਉਹਦੀ ਫੋਟੋ ਬੰਦਰ ਵਾਲੀ ਬਣਾ ਲਈ ਹੈ ਹਨੂੰਮਾਨ ਜੀ ਦੀ। ਵਾਨਰ ਦਾ ਮਤਲਬ ਹੈ ਵਨਾਂ ਵਿੱਚ ਰਹਿਣ ਵਾਲੇ ਨਰ, ਆਦੀਵਾਸੀ। ਔਰ ਉਹ ਵਨਾਂ 'ਚ ਰਹਿਣ ਵਾਲੇ ਨਰਾਂ ਨੇ ਹੀ ਉਹਨਾਂ ਦਾ ਦਾਮਨ ਫੜਿਆ ਔਰ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਕਈਆਂ ਦੀ ਜਾਨਾਂ ਵੀ ਗਈਆਂ ਹੋਣਗੀਆਂ, ਲੜਾਈ ਤੇ ਲੜਾਈ ਹੈ, ਭਾਵੇਂ ਉਹ ਸਤਯੁਗ ਵਿੱਚ ਹੋਵੇ, ਤ੍ਰੇਤੇ ਵਿੱਚ ਹੋਵੇ, ਦੁਆਪਰ 'ਚ ਹੋਵੇ ਜਾਂ ਹੁਣ ਕਲਯੁਗ ਵਿੱਚ ਹੋਵੇ। ਉੱਥੇ ਕੋਈ ਫੁੱਲਾਂ ਦੀ ਮਾਲਾ ਪਹਿਨਾਉਣ ਵਾਸਤੇ ਨਹੀਂ ਜਾਂਦੇ। ਉੱਥੇ ਤਗੜੇ ਤੋਂ ਤਗੜੇ ਹਥਿਆਰ ਜੋ ਵਕਤ ਅਨੁਸਾਰ ਹੁੰਦੇ ਨੇ, ਉਹਨਾਂ ਨੂੰ ਲੈ ਕੇ ਦੂਜੇ ਨੂੰ ਮਾਰਨ ਵਾਸਤੇ ਹੀ ਜਾਂਦੇ ਨੇ। ਤੋ ਸੰਤ ਜਨੋਂ, ਦਾਸ ਇਹ ਮਿਸਾਲ ਇਸ ਲਈ ਦੇ ਰਿਹਾ ਕਿ ਹਮੇਸ਼ਾ ਹੀ ਰੱਬ ਦੀ ਜ਼ਰੂਰਤ ਗਰੀਬਾਂ ਨੂੰ ਪੈਂਦੀ ਹੈ। ਜਿਨ੍ਹਾਂ ਦੇ ਘਰ ਵਿੱਚ ਕੋਈ ਕਮੀ ਨਹੀਂ ਹੈ, ਉਹ ਤੇ ਅਯਾਸ਼ੀਆਂ ਕਰਦੇ ਨੇ, ਲੇਕਿਨ ਰੱਬ ਦੀ ਲੋੜ ਹਮੇਸ਼ਾ ਹੀ ਗਰੀਬ ਬੰਦਿਆਂ ਨੂੰ ਪੈਂਦੀ ਹੈ। ਇਸੇ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਕਿ ਮਹਾਭਾਰਤ ਦਾ ਸਮਾਂ, ਜਿਹੜਾ ਦੁਆਪਰ ਯੁੱਗ ਜਿਹਨੂੰ ਕਹਿੰਦੇ ਨੇ, ਉਹਦੇ 'ਚ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਇਹ ਸਾਰਾ ਹੀ ਤਾਣਾ ਬਾਣਾ ਜੁੜਿਆ ਹੋਇਆ ਹੈ। ਔਰ ਉਸ ਦੀ ਵੀ ਕਥਾ ਮੈਂ ਫੇਰ ਕਿਸੇ ਲਈ ਕਰਾਂਗਾ, ਲੇਕਿਨ ਅੱਜ ਤੁਹਾਡੇ ਨਾਲ ਮੈਂ ਜ਼ਿਕਰ ਕਰਨਾ ਹੈ ਸੰਤ ਪੂਰਨ ਸੰਤ ਬਿਦਰ ਜੀ ਦਾ। ਬਿਦਰ ਜੀ ਸ਼੍ਰੀ ਕ੍ਰਿਸ਼ਨ ਦੇ ਵੇਲੇ ਹੋਏ ਨੇ ਔਰ ਸ਼੍ਰੀ ਕ੍ਰਿਸ਼ਨ ਦਾ ਜੋ ਗੀਤਾ ਦੇ ਵਿੱਚ ਇਤਿਹਾਸ ਹੈ, ਉਹ ਜਿਹੜਾ ਸੋਹਨ, ਜਿਹੜਾ ਹਰੀ, ਜਿਹੜਾ ਅਕਾਲ ਪੁਰਖ ਕਣ ਕਣ ਵਿੱਚ ਵਿਆਪਕ ਹੈ, ਜਿਹੜਾ ਪੱਤੇ ਪੱਤੇ ਵਿੱਚ ਹੈ, ਜ਼ਰੇ ਜ਼ਰੇ ਵਿੱਚ ਹੈ। ਸ਼੍ਰੀ ਕ੍ਰਿਸ਼ਨ ਜਿਹੜਾ ਦੇਵਕੀ ਤੇ ਵਾਸੂਦੇਵ ਦੇ ਘਰੋਂ ਜਨਮੇ ਨੇ, ਉਹਨਾਂ ਨੂੰ ਕਿਹਾ ਨਹੀਂ ਜਾਂਦਾ। ਜਿਵੇਂ ਸ਼੍ਰੀ ਰਾਮ ਬਾਰੇ ਵੀ ਕਿਹਾ ਹੈ ਕਿ ਰਾਮ ਜਿਹੜਾ ਸਰਵ ਵਿਆਪਕ ਹੈ, ਉਸ ਦੀ ਗੱਲ ਕੀਤੀ ਜਾਂਦੀ ਹੈ, ਸਰਵ ਵਿਆਪਕ ਰਾਮ ਦੀ। ਇਸੇ ਤਰ੍ਹਾਂ ਹੀ ਸ਼੍ਰੀ ਕ੍ਰਿਸ਼ਨ ਦੇ ਵੇਲੇ ਜੋ ਬ੍ਰਹਮ ਗਿਆਨ ਸੀ, ਜੋ ਆਦ ਅੰਤ ਏਕੇ ਅਵਤਾਰਾ ਹੈ, ਉਸ ਦਾ ਜਿਹੜਾ ਗਿਆਨ ਸੀ, ਉਹ ਵੀ ਗਰੀਬਾਂ ਲੋਕਾਂ ਨੇ ਉਹਨਾਂ ਦੇ ਕੋਲੋਂ ਲਿਆ। ਔਰ ਉਹਨਾਂ ਦੇ ਕੋਲ ਜਿਨ੍ਹਾਂ ਨੇ ਬਹੁਤ ਹਮੇਸ਼ਾ ਸਾਥ ਦਿੱਤਾ, ਯਾਨੀ ਇੱਥੋਂ ਤੱਕ
ਸ਼੍ਰੀ ਕ੍ਰਿਸ਼ਨ ਨੇ ਅਰਜਨ ਦਾ ਰੱਥ ਚਲਾਇਆ, ਪਰ ਜਿਨ੍ਹਾਂ ਨੇ ਸ਼੍ਰੀ ਕ੍ਰਿਸ਼ਨ ਦਾ ਰੱਥ ਚਲਾਇਆ ਉਹਨਾਂ ਦਾ ਨਾਂ ਹੈ ਉਦਮ। ਔਰ ਜਿਹੜੇ ਵੇਲੇ ਸ਼੍ਰੀ ਕ੍ਰਿਸ਼ਨ ਜੀ ਨੇ ਸਰੀਰ ਤਿਆਗਿਆ, ਉਸ ਵੇਲੇ ਵੀ ਉਹ ਉਦਮ ਹੀ ਸੀ ਜਿਹੜਾ ਉਹਨਾਂ ਦੇ ਕੋਲ ਸੀ। ਜੇ ਉਦਮ ਜੀ ਅੱਜ ਹੁੰਦੇ ਤੇ ਉਹਨਾਂ ਨੂੰ ਜ਼ਰੂਰ ਸਾਰਿਆਂ ਸ਼ਡਿਊਲ ਕਾਸਟ ਹੀ ਕਹਿਣਾ ਸੀ, ਲੇਕਿਨ ਉਸ ਵੇਲੇ ਐਸੇ ਮਹਾਨ ਸੰਤ। ਔਰ ਫਿਰ ਨਾ ਹੁੰਦਾ ਉਦਮ ਜੀ ਦੀ ਕਥਾ ਵੀ ਮੈਂ ਫਿਰ ਤੁਹਾਡੇ ਨਾਲ ਸਾਂਝ ਪਾਵਾਂਗਾ, ਲੇਕਿਨ ਅੱਜ ਅਸੀਂ ਬਿਦਰ ਜੀ ਦੀ ਗੱਲ ਕਰ। ਸਾਧ ਸੰਗਤ, ਜੋ ਇਤਿਹਾਸ ਕਹਿੰਦਾ ਹੈ ਕਿ ਬਾਣੀ ਦੇ ਵਿੱਚ ਸਤਿਗੁਰੂ ਕਬੀਰ ਜੀ ਨੇ ਲਿਖਿਆ ਕਿ ਰਾਜਨ ਕੌਣ ਤੁਮਾਰੇ ਆਵੇ। ਉਹ ਰਾਜਾ ਸੀ ਦੁਰਯੋਧਨ, ਤੇ ਹੋਰ ਵੀ ਜਿੰਨੇ ਵੀ ਰਾਜੇ ਆਪਣੇ ਆਪ ਨੂੰ ਵੰਡੇ ਗਿਣਦੇ ਨੇ, ਜਿਹੜਾ ਵੀ ਆਪਣੇ ਆਪ ਨੂੰ ਹੰਕਾਰ ਵਿੱਚ ਆ ਆਪਣੇ ਆਪ ਨੂੰ ਰਾਜਾ ਹੀ ਗਿਣਦਾ। ਤੇ ਮਹਾਰਾਜ ਨੇ ਕਿਹਾ ਸਤਿਗੁਰੂ ਜੀ ਨੇ, ਰਾਜਨ ਕੌਣ ਤੁਮਾਰੇ, तेरा कौन आएगा भाई, क्योंकि ऐसा भाव बिदर को देखियो वो गरीब में पावे। सतगुरु चाहे इस वेले होवे चाहे किसी भी युग दे विच, सतगुरु जिहड़ा मन दा गरीब है, जिहड़ा हंकार रहत है, सतगुरु नूं ओही आत्मा ओही गुरसिख चंगा लगदा है। और ਉਹ ਜਿਹੜੀ ਕਥਾ ਹੈ ਉਹ ਇਸ ਤਰ੍ਹਾਂ ਹੈ ਕਿ ਰਾਣੀ ਸਤਿਆਵਤੀ ਜਿਹੜੀ ਸੀ, ਉਹਦੇ ਦੋ ਪੁੱਤਰ ਸਨ, ਇੱਕ ਚਿਤਰਾਂਗਦ ਇੱਕ ਬਚਿੱਤਰ ਬੀਰਜ। ਉਹ ਦੋਵੇਂ ਪੂਰੇ ਹੋ ਗਏ ਔਰ ਬੱਚਾ ਨਹੀਂ ਸੀ ਕੋਈ। ਸਤਿਆਵਤੀ ਜਿਹੜੀ ਸੀ ਸੱਸ ਸੀ, ਮਤਲਬ ਬੜੀ ਪਰੇਸ਼ਾਨ ਰਿਹਾ ਕਰੇ ਕਿ ਉਹਦੀਆਂ ਦੋ ਨੂੰਹਾਂ ਸਨ, ਅੰਬਾ ਤੇ ਅੰਬਿਕਾ, ਤੇ ਔਲਾਦ ਨਹੀਂ ਸੀ ਤੇ ਸੋਹਣੀਆਂ ਬਹੁਤ ਸਨ ਤੇ ਜਵਾਨੀ ਸੀ ਅਜੇ। ਜਵਾਨੀ 'ਚ ਹੀ ਉਹ ਦੋਵੇਂ ਪੁੱਤਰ ਉਹਦੇ ਚਿਤਰਾਗਾਂ ਤੇ ਬਚਿੱਤਰ ਬੀਰਜ ਦੋਵੇਂ ਪੂਰੇ ਹੋ ਗਏ। ਔਰ ਸਤਿਆਵਤੀ ਦਾ ਇੱਕ ਹੋਰ ਪੁੱਤਰ ਸੀ, ਉਹ ਸੀ ਵਿਆਸ, ਵਿਆਸ ਰਿਸ਼ੀ ਜਿਹਨੂੰ ਕਹਿੰਦੇ। ਔਰ ਅਸੀਂ ਜਾਣਦੇ ਹਾਂ ਪੰਜਾਬ ਦੇ ਵਿੱਚ ਵੀ ਜੇ ਜਵਾਨੀ ਦੇ ਵਿੱਚ ਹੀ ਸਾਡੀ ਬਹੂ ਨੂੰਹ ਧੀ ਉਹ ਜੇ ਵਿਧਵਾ ਹੋ ਜੇ, ਪੁੱਤਰ ਪੂਰਾ ਹੋ ਜੇ, ਤੇ ਮੈਨੂੰ ਪਤਾ ਹੈ ਛੋਟੇ ਹੁੰਦਿਆਂ ਤੋਂ ਹੀ ਕਿ ਫਿਰ ਉਹਦਾ ਜਿਹੜਾ ਹੋਰ ਪੁੱਤਰ ਹੁੰਦਾ ਹੈ ਉਹਦੇ ਤੇ ਚਾਦਰ ਪਾ ਦਿੰਦੇ ਸੀ। ਕਹਿੰਦੇ ਚਾਦਰ ਪਾਣਾ ਇਹ ਕਿਹਾ ਜਾਂਦਾ ਸੀ ਤਾਂ ਕਿ ਜਵਾਨ ਨੂੰ ਸਾਡੀ ਜਿਹੜੀ ਅਸੀਂ ਧੀ ਬਣਾ ਕੇ ਲਿਆਏ ਹਾਂ ਇਹ ਖੱਜਲ ਖੁਆਰ ਨਾ ਹੋਵੇ ਔਰ ਘਰ ਦੀ ਇੱਜ਼ਤ ਜਿਹੜੀ ਹੈ ਘਰ 'ਚ ਹੀ ਰਹੇ। ਉਹ ਜਦੋਂ ਅੰਬਾ ਤੇ ਅੰਬਿਕਾ ਦੇ ਕੋਈ ਬੱਚਾ ਨਹੀਂ ਸੀ, ਜਵਾਨੀ ਸੀ, ਦੋਵੇਂ ਵਿਧਵਾ ਹੋ ਗਈਆਂ, ਤੇ ਸਤਿਆਵਤੀ ਨੇ ਆਪਣੇ ਤੀਸਰੇ ਪੁੱਤਰ ਵਿਆਸ ਰਿਸ਼ੀ ਨੂੰ ਕਿਹਾ, ਜਿਹਦੀ ਸ਼ਾਦੀ ਨਹੀਂ ਸੀ ਹੋਈ, ਕਿ ਤੂੰ ਸ਼ਾਦੀ ਜੇ ਨਹੀਂ ਕਰਨੀ ਪਰ ਇੱਕ ਕੰਮ ਕਰ, ਵੰਸ਼ ਨੂੰ ਚਲਾਉਣ ਲਈ ਇਹਨਾਂ ਦੋਵਾਂ ਬਹੂਆਂ ਦੇ ਵਿੱਚੋਂ ਤੂੰ ਪੁੱਤਰ ਪੈਦਾ ਕਰ, ਬੱਚਾ ਪੈਦਾ ਕਰ। ਇਹ ਕੋਈ ਅਸਚਰਜ ਨਹੀਂ ਸੀ, ਇਹ ਉਸ ਵੇਲੇ ਸਮਾਜ ਦੇ ਵਿੱਚ ਇਹ ਪ੍ਰਮਾਣਿਤ ਸੀ। ਔਰ ਉਹਨਾਂ ਨੇ ਜੋ ਹੈ ਬੱਚੇ ਪੈਦਾ ਹੋਏ, ਲੇਕਿਨ ਜਿਹੜੀ ਅੰਬਿਕਾ ਸੀ ਉਹ ਵਿਆਸ ਦੀ ਸ਼ਕਲ ਇੰਨੀ ਵਧੀਆ ਨਹੀਂ ਸੀ, ਉਹਦੇ ਤੋਂ ਘਿਰਨਾ ਕਰਦੀ ਸੀ। ਤੇ ਜਦੋਂ ਉਹਦਾ ਮੌਕਾ ਆਇਆ ਤੇ ਉਹ ਆਪ ਨਹੀਂ ਗਈ, ਕਿਉਂਕਿ ਸੱਸ ਦਾ ਕਹਿਣਾ ਵੀ ਨਹੀਂ ਸੀ ਮੋੜਨਾ, ਤੇ ਉਸਨੇ ਆਪਣੀ ਨੌਕਰਾਣੀ ਨੂੰ ਭੇਜ ਦਿੱਤਾ, ਜੋ ਕਿ ਉਸ ਲਈ ਦਾਸੀ ਕਹਿੰਦੇ ਸਨ, ਉਹਨੂੰ ਭੇਜਤਾ। ਔਰ ਉਹਦੀ ਕੋਖ ਚੋਂ, ਦਾਸੀ ਦੀ ਕੋਖ ਚੋਂ ਜੋ ਪੈਦਾ ਹੋਇਆ ਉਹਦਾ ਨਾਂ ਹੈ ਬਿਦਰ। ਹੁਣ ਸੀ ਤੇ ਪਿਓ ਤੇ ਇੱਕੋ ਹੀ ਸੀ, ਪਿਓ ਤੇ ਵਿਆਸ ਹੀ ਸੀ। ਬਾਕੀ ਜੇ ਸਾਰੇ ਨੇ ਉਹਨਾਂ ਨੂੰ ਰਾਜਾ ਗਿਣਿਆ ਗਿਆ ਤੇ ਵਿਆਸ ਨੂੰ ਹਮੇਸ਼ਾ
ਵਿਆਸ ਜਿਹੜਾ ਬਿਦਰ ਜੀ ਸਨ, ਉਹਨਾਂ ਨੂੰ ਹਮੇਸ਼ਾ ਗਿਣਿਆ ਗਿਆ ਇਹ ਦਾਸੀ ਪੁੱਤਰ ਹੈ। ਔਰ ਸੰਤ ਜਨੋ, ਲੇਕਿਨ ਬਿਦਰ ਜੀ ਬ੍ਰਹਮ ਗਿਆਨੀ ਪੁੱਤਰ ਹੋਣਗੇ ਉਹ ਸ਼ਾਹੀ, ਲੇਕਿਨ ਉਹਨਾਂ ਸਾਰਿਆਂ ਦੇ ਵਿੱਚੋਂ ਬਿਦਰ ਜੀ ਕੇਵਲ ਅੱਜ ਇਤਿਹਾਸਕ ਨਾਂ ਜੇ ਹੈ, ਕੇਵਲ ਬ੍ਰਹਮ ਗਿਆਨੀਆਂ ਦੇ ਵਿੱਚ ਕਿਸੇ ਦਾ ਨਾਂ ਆਉਂਦਾ ਹੈ ਤੇ ਉਹ ਮਹਾਤਮਾ ਬਿਦਰ ਜੀ ਨੇ। ਉਹਨਾਂ ਬਾਰੇ ਸਤਿਗੁਰੂ ਕਬੀਰ ਜੀ ਕਹਿੰਦੇ ਨੇ ਕਿ ਤੇਰੇ ਕੌਣ ਆਏ, ਰਾਜਾ ਹੋਏਗਾ ਤੂੰ ਘਰ ਹੋਏਗਾ, ਲੇਕਿਨ ਤੇਰੇ ਘਰ ਕੋਈ ਸੰਤ ਨਹੀਂ ਆ ਸਕਦਾ, ਕਿਉਂਕਿ ਭਗਵਾਨ ਤੇ ਭਾਵ ਦਾ ਭੁੱਖਾ ਹੁੰਦਾ ਹੈ। ਤੇਰੇ ਭਾਵ ਹੈ ਨਹੀਂ, ਤੇਰੇ ਵਿਖਾਵਾ ਹੈ। ਔਰ ਇਹ ਗੱਲ ਸਤਿਗੁਰੂ ਰਵਿਦਾਸ ਜੀ ਵੇਲੇ ਵੀ ਇਸੇ ਤਰ੍ਹਾਂ ਹੋਈ ਹੈ। ਜਿਹੜਾ ਤੇ ਭਾਵ ਨਾਲ ਦਾਸ ਬਣ ਕੇ ਰਾਜਾ ਆਏ ਤੇ ਭਾਵੇਂ ਮੰਗਤਾ ਆਏ, ਉਹਦੇ ਘਰ ਸਤਿਗੁਰੂ ਰਵਿਦਾਸ ਜੀ ਗਏ, ਉਸ ਨੂੰ ਨਿਵਾਜਿਆ। ਲੇਕਿਨ ਜੇ ਕੋਈ ਹੰਕਾਰੀ ਹੈ ਤੇ ਉਹ ਭੁੱਲ ਜਾਏ। ਗੁਰੂ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੁੰਦਾ ਹੈ, ਰਾਜਿਆਂ ਦਾ ਰਾਜਾ ਮਹਾਰਾਜਾ ਹੁੰਦਾ ਹੈ, ਉਹਨੂੰ ਕਿਸੇ ਚੀਜ਼ ਦਾ ਹੋਰ ਲਾਲਚ ਨਹੀਂ ਹੁੰਦਾ। ਔਰ ਸੰਤ ਜਨੋ, ਬਿਦਰ ਜੀ ਦੇ ਬਾਰੇ ਫਿਰ ਕਿਹਾ ਕਿ ਕਹਿੰਦੇ ਤੇਰੇ ਘਰ ਕੌਣ ਆਏ, ਕਿ ਐਸਾ ਭਾਵ ਬਿਦਰ ਕਾ ਦੇਖਿਓ ਉਹ ਗਰੀਬ ਮਨ ਪਾਵੇ। ਬਿਦਰ ਦਾ ਭਾਵ ਐਸਾ ਸੀ, ਉਹਦਾ ਭਾਵ ਇੰਨਾ ਸੀ, ਉਹਦਾ ਪਿਆਰ ਇੰਨਾ ਸੀ ਕਿ ਕਥਾ ਫਿਰ ਜੋ ਅੱਗੇ ਆਏਗੀ ਕਿ ਸਤਿਗੁਰੂ ਫਿਰ ਉਹਦੇ ਘਰ ਹੀ ਗਏ। ਔਰ ਮਾਰੇ ਕਹਿੰਦੇ ਨੇ ਹਸਤੀ ਦੇਖ ਭਰਮ ਪੈ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੂੰ ਆਪਣੀ ਸ਼ਕਤੀ, ਆਪਣੀ ਸੈਨਾ, ਆਪਣੀ ਤਾਕਤ, ਆਪਣੇ ਮਹਿਲ, ਉਹਨਾਂ ਨੂੰ ਵੇਖ ਕੇ ਤੇ ਤੂੰ ਪ੍ਰੇਮ ਭੁੱਲ ਗਿਆ, ਭਾਵ ਭੁੱਲ ਗਿਆ। ਇਸ ਵਾਸਤੇ ਭਗਵਾਨ ਨੂੰ ਨਹੀਂ ਜਾਣਿਆ ਤੂੰ। ਸੰਤ ਜਨੋ, ਰੱਬ ਨੂੰ ਜੇ ਜਾਣਨਾ ਹੈ ਤੇ ਆਪ ਛੋੜ ਬੇਨਤੀ ਕਰੇ। ਜਿਹੜਾ ਵੀ ਆਪਣਾ ਆਪ ਛੱਡ ਕੇ, ਹੰਕਾਰ ਨੂੰ ਛੱਡ ਕੇ ਬੇਨਤੀ ਕਰੇ, ਉਹਦੇ ਘਰ ਮਾਲਕ ਭੱਜ ਕੇ ਪਹੁੰਚਦੇ ਨੇ, ਬਿਨ ਬੁਲਾਏ ਪਹੁੰਚਦੇ ਨੇ। ਦਾਸ ਨੇ ਕਥਾ ਸ਼੍ਰੀ ਰਾਮ ਤੋਂ ਸ਼ੁਰੂ ਕੀਤੀ ਸੀ। ਉਸ ਵੇਲੇ ਤ੍ਰੇਤੇ ਦੇ ਵਿੱਚ ਵੀ ਭੀਲਨੀ ਸ਼ਬਰੀ ਮਾਂ ਉਹ ਹੋਏ ਨੇ। ਔਰ ਜਿੰਨੇ ਵੀ ਉੱਥੇ ਰਿਸ਼ੀ ਮੁਨੀ ਸੀ ਪੰਪਾਸਰ ਦੇ ਲਾਗੇ ਜਾਗੇ, ਗੁਰਮੁਖੋ ਪਿਆਰਿਓ, ਉਹਨੂੰ ਕਹਿਣ ਇਹ ਛੋਟੀ ਜਾਤੀ ਦੀ ਹੈ। ਉਹਨਾਂ ਦੇ ਆਸ਼ਰਮ ਸਨ ਪੰਡਤਾਂ ਦੇ, ਵੱਡੇ ਵੱਡੇ ਰਿਸ਼ੀਆਂ ਦੇ, ਲੇਕਿਨ ਭੀਲਨੀ ਉਹਦੀ ਇੱਕ ਚੌਂਪੜੀ ਸੀ। ਔਰ ਜਦੋਂ ਸ਼੍ਰੀ ਰਾਮ ਦਾ ਵੇਲਾ ਆਇਆ ਉੱਥੇ ਆਉਣ ਦਾ, ਇਹ ਸਾਰੇ ਸਾਡੇ ਮਹਿਲ ਆਓ, ਸਾਡੇ ਮਹਿਲ ਆਓ, ਸਾਡੇ ਆਸ਼ਰਮ ਆਓ। ਲੇਕਿਨ ਇੱਕ ਗੱਲ ਪੱਕੀ ਹੈ, ਅੱਜ ਜੋ ਮਰਜ਼ੀ ਪੇ ਕਹਿਣ, ਲੇਕਿਨ ਸ਼੍ਰੀ ਰਾਮ ਉਹਨਾਂ ਦੇ ਨਹੀਂ ਸੀ ਗਏ। ਔਰ ਭੀਲਨੀ ਨੇ ਕਿਹਾ ਵੀ ਨਹੀਂ ਸੀ। ਵੱਡੀ ਗੱਲ ਇਹ ਹੈ, ਜਿਹੜੇ ਰੋਜ਼ ਇਨਵਾਈਟ ਕਰਦੇ ਸਨ ਉਹਨਾਂ ਦੇ ਨਹੀਂ ਗਏ, ਤੇ ਜਿਹਨੇ ਕਿਹਾ ਹੀ ਨਹੀਂ, ਬਿਨਾਂ ਹੀ ਉਸ ਤਰ੍ਹਾਂ ਹੀ ਤਿਆਰੀ ਸੀ, ਉਂਝ ਹੀ ਉਹਦੇ ਮਨ 'ਚ ਸੀ, ਸ਼ਰਧਾ ਭਾਵਨਾ ਸੀ, ਮਹਾਰਾਜ ਜੀ ਉਹਦੇ ਗਏ। ਤੇ ਸ਼ਰਧਾ ਵੀ ਕਿੱਥੋਂ ਤੱਕ। ਸਾਧ ਸੰਗਤ, ਉਹਦੇ ਕੋਲ ਕੋਈ ਐਪਲ ਤੇ ਕੋਈ ਨਾਸ਼ਪਾਤੀਆਂ ਨਹੀਂ ਸਨ, ਕੋਈ ਅੰਗੂਰ ਨਹੀਂ ਸੀ। ਗਰੀਬ ਦਾ ਫਲ ਮੈਨੂੰ ਆਪਣਾ ਪਤਾ, ਗਰੀਬੇ 'ਚ ਬੇਰ ਹੀ ਖਾਈਦੇ ਸੀ। ਬੇਰੀਆਂ ਆਮ ਪਿੰਡਾਂ 'ਚ ਹੁੰਦੀਆਂ ਸੀ, ਮੁਫਤ ਦਾ ਫਰੂਟ ਤੇ ਉਹੀ ਸੀ। ਔਰ ਉਹ ਬੇਰ ਲੈ ਕੇ ਆਈ ਤੇ ਚੱਕ ਕੇ ਖਵਾਏ ਵੀ ਕੋਈ ਕੌੜਾ ਨਾ ਹੋਵੇ, ਮਿੱਠਾ। ਤੇ ਝੂਠੇ ਬੇਰ, ਇਹ ਤੁਸੀਂ ਹਿਸਾਬ ਲਾ ਲਓ ਕਿੰਨੀ ਵੱਡੀ ਸ਼ਕਤੀ ਤੇ ਕਿੰਨੀ ਵੱਡੀ ਤਾਕਤ ਉਸ ਭੀਲਨੀ ਮਾਂ ਦੀ ਹੈ।
ਕਿੰਨੀ ਵੱਡੀ ਉਹਦੀ ਭਗਤੀ ਹੋਏਗੀ ਕਿ ਜਿਨ੍ਹਾਂ ਨੂੰ ਵਕਤ ਦਾ ਸਤਿਗੁਰੂ ਕਹਿੰਦੇ ਨੇ, ਉਹਦੇ ਪ੍ਰੇਮ ਨਾਲ ਭਿੱਜੇ ਹੋਏ ਉਹਦੇ ਝੂਠੇ ਬੇਰ ਖਾਦੇ, ਔਰ ਬੜੇ ਸਵਾਦ ਨਾਲ ਖਾਦੇ। ਇਹ ਵੀ ਇਤਿਹਾਸ ਹੈ ਕਿ ਉਹ ਝੂਠੇ ਬੇਰ ਜਦੋਂ ਦੇਣ ਚੱਕ ਚੱਕ ਕੇ ਦਿੰਦੀ ਸੀ, ਸ਼੍ਰੀ ਰਾਮ ਕਹਿੰਦੇ ਬੜੇ ਮਿੱਠੇ ਨੇ, ਬਹੁਤ ਵਧੀਆ ਨੇ। ਤੇ ਉਹਨਾਂ ਨੇ ਕੁਝ ਬੇਰ ਜਿਵੇਂ ਇੱਕ ਆਪ ਖਾਨ ਤੇ ਇੱਕ ਲਛਮਣ ਵੱਲ ਕਰ ਦਿੱਤਾ। ਹਾਲਾਂਕਿ ਲਛਮਣ ਦਾ ਬੜਾ ਨਾਂ ਹੁੰਦਾ, ਬੜੀ ਭਗਤੀ ਕੀਤੀ, 14 ਸਾਲ ਨਾਲ ਰਹਿਣਾ ਛੋਟੀ ਗੱਲ ਨਹੀਂ ਹੈ, ਬੜਾ ਕੁਝ ਕੀਤਾ, ਕੁਰਬਾਨੀ ਕੀਤੀ, ਲੇਕਿਨ ਉਹ ਬੇਰ ਸੁੱਟ ਦਿੰਦਾ ਸੀ। ਅੰਦਰੋਂ ਨਫ਼ਰਤ ਸੀ, ਤੇ ਜਿਹਨੂੰ ਨਫ਼ਰਤ ਸੀ, ਫਿਰ ਇਹ ਵੀ ਕਥਾ ਕਹਿੰਦੀ ਹੈ ਕਿ ਜਦੋਂ ਮੂਰਛਿਤ ਹੋਏ, ਉਹ ਬੇਰ ਜਿਹੜੇ ਸਨ ਉਹਨਾਂ ਦੀ ਸੰਜੀਵਨੀ ਬੂਟੀ ਬਣੀ ਸੀ। ਤੋ ਕਹਿਣ ਤੋਂ ਭਾਵ ਇਹ ਹੈ ਕਿ ਉਹ ਬੂਟੀ ਬਣੀ ਨਹੀਂ ਬਣੀ, ਮੈਂ ਇਹਦੇ ਵਿੱਚ ਨਹੀਂ ਜਾਂਦਾ, ਲੇਕਿਨ ਜੇ ਸੰਤ ਦੀ, ਮਹਾਪੁਰਸ਼ ਦੀ, ਗੁਰਮੁਖ ਪਿਆਰੇ ਦੀ, ਗੁਰੂ ਪੀਰ ਦੀ ਕੋਈ ਮਾੜਾ ਜਿਹਾ ਵੀ ਜਾਤੀ ਪਾਤੀ ਊਚ ਨੀਚ ਦੇ ਹਿਸਾਬ ਨਾਲ ਭੇਵ ਕਰੇਗਾ, ਉਹਨੂੰ ਫੇਰ ਉਹਦੇ ਮੱਥੇ, ਉਹਨੂੰ ਤੇ ਉਹਦੇ ਭੁਗਤਣਾ ਹੀ ਪੈਣਾ। ਜੇ ਰਾਮ ਦੇ ਭਰਾ ਨੂੰ ਭੁਗਤਣਾ ਪਿਆ ਤੇ ਤੁਸੀਂ ਮੈਂ ਕਿਹਦੇ ਵਿਚਾਰੇ। ਸੋ ਇਸ ਵਾਸਤੇ ਬਿਦਰ ਜੀ ਦੇ ਬਾਰੇ ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਭਾਈ ਹੰਕਾਰ ਵਿੱਚ ਹੈ ਤੇ ਤੂੰ ਆਪਣੀ ਹਸਤੀ ਵੇਖ ਕੇ ਭੁੱਲ ਗਿਆ ਤੇ ਤੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਸਤਿਗੁਰੂ ਕਬੀਰ ਜੀ, ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਜਾਣਿਆ ਮਾਨਿਆ। ਤੇਰਾ ਦੁੱਧ, ਯਾਨੀ ਜਦੋਂ ਸ਼੍ਰੀ ਕ੍ਰਿਸ਼ਨ ਉੱਥੇ ਗਏ ਨੇ ਨੈਗੋਸ਼ੀਏਸ਼ਨ ਕਰਨ ਵਾਸਤੇ, ਲੜਾਈ ਨਾ ਹੋਵੇ, ਤੇ ਉਹਦੇ 36 ਪ੍ਰਕਾਰ ਦੇ ਭੋਜਨ ਸਨ, ਲੇਕਿਨ ਅੱਜ ਵੀ ਜਿਹੜੇ ਪੂਰਨ ਸੰਤ ਨੇ, ਉਹ ਧਨੀ ਬੰਦਾ ਜਿਹੜਾ ਹੰਕਾਰੀ ਹੈ, ਧਨੀ ਧਨ ਦਾ ਕੋਈ ਨੁਕਸਾਨ ਨਹੀਂ ਜੇ ਜਿੰਨਾ ਮਰਜ਼ੀ ਹੋਏ, ਲੇਕਿਨ ਧਨ ਉਦੋਂ ਮਾੜਾ ਹੁੰਦਾ ਜਦੋਂ ਹੰਕਾਰ ਆ ਜਾਂਦਾ ਹੈ, ਹੰਕਾਰੀ ਹੋਵੇ। ਔਰ ਹੰਕਾਰੀ ਬੰਦਾ ਜਿਹੜਾ ਹੈ, ਉਹਦਾ ਦੁੱਧ ਉਹਨੂੰ ਚੰਗਾ ਨਹੀਂ ਲੱਗਦਾ, ਤੇ ਜਿਹੜਾ ਤੁਹਾਡੇ ਵਰਗਾ ਭਗਤ ਹੈ ਉਹਦਾ ਪਾਣੀ ਵੀ ਦੂਧ ਕਰ ਜਾਣੇ, ਉਹ ਦੁੱਧ ਕਰਕੇ ਭਗਤ ਦਾ ਪਾਣੀ ਵੀ ਦੁੱਧ ਸਮਝ ਕੇ ਸੰਤ ਪ੍ਰਵਾਨ ਕਰਦੇ ਨੇ। ਔਰ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਨੈਣ ਬਿਹਾਨੀ। ਦਾਸ ਇਹ ਵੀ ਕਥਾ ਆਪ ਜੀ ਨਾਲ ਸਾਂਝੀ ਕਰੇਗਾ ਕਿ ਇੱਕ ਪਾਸੇ ਬੜੇ ਪਕਵਾਨ ਬਹੁਤ ਬਣੇ ਪਏ ਨੇ, ਤੇ ਦੂਸਰੇ ਪਾਸੇ ਸਾਗ ਹੈ, ਔਰ ਸਾਗ ਵੀ ਲੂਣ ਤੋਂ ਬਗੈਰ। ਇਹ ਗੱਲਾਂ ਜਿਹੜੀਆਂ ਮਹਾਰਾਜ ਨੇ ਕਹੀਆਂ, ਸਤਿਗੁਰੂ ਕਬੀਰ ਜੀ ਜੋ ਕਹਿ ਰਹੇ ਨੇ, ਇਹ ਐਵੇਂ ਨਹੀਂ, ਇਹ ਅੱਜ ਦੇ ਯੁੱਗ 'ਚ ਵੀ ਦਾਸ ਨੂੰ ਕਈ ਸੰਤਾਂ ਨੂੰ ਮਿਲਣ ਦਾ ਮੌਕਾ ਮਿਲਦਾ, ਹੁਣ ਵੀ ਮਿਲਦੇ ਆ, ਹੋਣ ਵਾਲੇ ਮਹਾਂਪੁਰਸ਼। ਜਿਹੜਾ 5 ਸਟਾਰ ਵਿੱਚ ਜਾਣਾ ਪਸੰਦ ਕਰੇ ਤੇ ਗਰੀਬ ਦੀ ਕੁਟੀਆ 'ਚ ਭਗਤ ਦੇ ਨਾ ਆਵੇ, ਉਹ ਸੰਤ ਨਹੀਂ ਹੈ, ਵਪਾਰੀ ਹੈ, ਢੋਂਗੀ ਹੈ। ਤੇ ਜਿਹੜਾ ਗੁਰਸਿੱਖ ਦੇ ਪਿਆਰ ਨੂੰ ਦੇਖ ਕੇ ਉਹਦੀ ਜਿਹੋ ਜਿਹੀ ਵੀ ਪ੍ਰਸ਼ਾਦਾ ਹੈ ਉਹਨੂੰ ਹੱਸ ਕੇ ਪ੍ਰਵਾਨ ਕਰੇ ਤੇ 5 ਸਟਾਰ ਸਮਝ ਕੇ ਛਕੇ, ਉਹੀ ਸੰਤ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਕੋ ਠਾਕਰ ਅਨੰਦ ਬਨੋਦੀ, ਜਾਤ ਨਾ ਕਾਹੂ ਕੀ ਮਨ। ਹੁਣ ਇਹ ਕਥਾ ਤੇ ਕ੍ਰਿਸ਼ਨ ਜੀ ਦੇ ਵੇਲੇ ਦੀ, ਲੇਕਿਨ ਸਤਿਗੁਰੂ ਕਬੀਰ ਜੀ ਮਹਾਰਾਜ ਰਵਿਦਾਸ ਜੀ ਦੇ ਵੇਲੇ ਹੀ ਹੋਏ ਨੇ। ਇਹ ਕਹਿੰਦੇ ਨੇ ਕਿ ਜਿਹੜਾ ਕਬੀਰ ਦਾ ਗੁਰੂ ਹੈ, ਕਬੀਰ ਦਾ ਜਿਹੜਾ ਠਾਕਰ ਹੈ, ਔਰ ਕਿਹੜਾ ਠਾਕਰ ਹੈ, ਨਾਨਕ ਗੁਰਮਿਲ ਠਾਕਰ ਜਾਤਾ, ਜਲ ਤਲ ਮਈਲ ਪੂਰਨ ਵਿਦਾਤਾ।
ਐਸਾ ਠਾਕਰ ਜਿਹੜਾ ਜਲਾਂ ਥਲਾਂ ਵਿੱਚ ਪਰਿਪੂਰਨ। ਕਹਿੰਦੇ ਕਬੀਰ ਦਾ ਠਾਕਰ ਜਿਹੜਾ ਹੈ, ਉਹ ਅਮੀਰਾਂ ਵਾਸਤੇ ਨਹੀਂ ਹੈ, ਜਿਹੜੇ ਦਿਲ ਦੇ ਗਰੀਬ ਨੇ ਉਹਨਾਂ ਵਾਸਤੇ। ਔਰ ਸੰਤ ਜਨੋ, ਬਿਦਰ ਜੀ ਦੀ ਕਥਾ ਇਹ ਕਹਿੰਦੀ ਹੈ ਕਿ ਜਦੋਂ ਮਹਾਭਾਰਤ ਹੋਣ ਤੋਂ ਪਹਿਲਾਂ ਜ਼ਮੀਨ ਜਾਇਦਾਦ ਦੇ ਝਗੜੇ ਕਿਤੇ ਅੱਜ ਦੇ ਨੇ, ਜਿਨ੍ਹਾਂ ਨੂੰ ਕਹਿੰਦੇ ਆ ਬੜੇ ਫਲਾਣੇ ਦਾ ਪੁੱਤਰ ਸੀ, ਢਮਕਾਣੇ ਦਾ ਪੁੱਤਰ ਸੀ, ਪਾਂਡੂ ਵੀ। ਕੌਰਵਾਂ ਨੂੰ ਜਿਨ੍ਹਾਂ ਨੂੰ ਕਹਿੰਦੇ ਆ ਬੜੇ ਉਹ ਵੱਡੇ ਬੰਦੇ ਸਨ। ਵੱਡਾ ਬੰਦਾ ਆਚਰਨ ਨਾਲ ਹੁੰਦਾ ਜੇ, ਚਰਿੱਤਰ ਨਾਲ ਹੁੰਦਾ ਹੈ। ਵੱਡਾ ਬੰਦਾ ਧਨ ਦੌਲਤ ਫੌਜਾਂ ਨਾਲ ਨਹੀਂ ਹੁੰਦਾ, ਬਿਲਕੁਲ ਨਹੀਂ ਹੁੰਦਾ। ਉਹ ਤੇ ਸਿਕੰਦਰ ਕੋਲ ਹੀ ਫੌਜਾਂ ਬੜੀਆਂ ਸਨ। ਉਹ ਵੀ ਛੋਟੇ ਮੋਟੇ ਸਭ ਰਾਜਿਆਂ ਨੂੰ ਜਿੱਤਦਾ 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 ਗਰੀਸ ਤੋਂ ਚੱਲ ਕੇ ਕਿੱਥੇ ਗਰੀਸ, ਕਿੱਥੇ ਰਸਤੇ ਵਿੱਚ ਟਰਕੀ, ਫਿਰ ਅੱਗੇ ਈਰਾਨ, ਫਿਰ ਅੱਗੇ ਅਫਗਾਨਿਸਤਾਨ, ਮਿਡਲ ਈਸਟ ਚੋਂ ਹੁੰਦਾ ਹੋਇਆ ਪਤਾ ਨਹੀਂ ਕਿਵੇਂ ਭਾਰਤ ਪਹੁੰਚਿਆ। ਉਹਨੂੰ ਕਦੇ ਵੱਡਾ ਨਹੀਂ ਕਿਹਾ ਜਾ ਸਕਦਾ ਜਿਹਦੇ ਕੋਲ ਹੀਰੇ ਜਵਾਹਰਾਤ ਨੇ। ਧਰਮ ਦੇ ਮਾਰਗ ਤੇ ਵੱਡਾ ਉਹ ਹੀ ਹੈ ਜਿਹਦੇ ਕੋਲ ਗੁਣ ਹਨ, ਮਿੱਠਤ ਦੇ, ਨਿਮਰਤਾ ਦੇ, ਮਾਫ ਕਰ ਸਕਣ ਦੇ ਗੁਣ। ਇਹ ਹਨ ਸਭ ਤੋਂ ਵੱਡੇ ਗੁਣ। ਔਰ ਸੰਤ ਜਨੋ, ਜਦੋਂ ਨੈਗੋਸੀਏਸ਼ਨ ਕਰਨ ਗਏ ਤੇ ਸਾਰਾ ਦਿਨ ਗੱਲਬਾਤ ਚੱਲਦੀ ਰਹੀ, ਲੇਕਿਨ ਕੋਈ ਸਿੱਟਾ ਨਹੀਂ ਨਿਕਲਿਆ। ਤੇ ਫਿਰ ਰਾਤ ਪੈ ਗਈ। ਦੁਰਯੋਧਨ ਨੇ ਪੂਰੀ ਤਿਆਰੀ ਕੀਤੀ ਸੀ, ਆਪਣੇ ਭਰਾਵਾਂ ਨੂੰ ਕਿਹਾ ਸੀ ਕਿ ਇਹਨੂੰ ਆਮ ਤੇ ਇੰਝ ਹੀ ਕਹਿੰਦੇ ਨੇ ਕਿ ਆਮ ਖਾ ਪਿਆ ਕੇ ਮਨਾ ਲਾਂਗੇ, ਕੋਈ ਗੱਲ ਨਹੀਂ। ਔਰ ਇਹ ਖਵਾਣ ਪਿਆਣ ਤੇ ਪੈਸੇ ਦੇਣ ਵਾਲੀ ਜਿਹੜੀ ਗੱਲ ਹੈ, ਇਹ ਤੇ ਔਰੰਗਜ਼ੇਬ ਨੇ ਵੀ ਸੋਚ ਲਈ ਸੀ ਗੁਰੂ ਤੇਗ ਬਹਾਦਰ ਜੀ ਇੰਝ ਹੀ ਮੰਨ ਜਾਣਗੇ, ਲੇਕਿਨ ਗੁਰੂ ਏਦਾਂ ਥੋੜੇ ਮੰਨਦੇ ਨੇ। ਗੁਰੂ ਕਾਹਦੇ ਹੋਏ ਫਿਰ ਤੇ ਦੁਕਾਨਦਾਰ ਹੋ ਗਏ। ਔਰ ਗੁਰਮੁਖੋ ਪਿਆਰਿਓ, ਰਾਤ ਪੈ ਗਈ ਤੇ ਉਹਨੇ ਪੂਰੀ ਤਿਆਰੀ ਕੀਤੀ। ਹਰ ਪ੍ਰਕਾਰ ਦੇ ਭੋਜਨ, ਸੁੱਖ ਆਰਾਮ ਦੇ ਮਹਿਲ ਤਿਆਰ ਕੀਤੇ ਪਏ, ਸੋਨੇ ਦੇ ਪਲੰਗ। ਤੇ ਹੁਣ ਕਹਿੰਦੇ ਬਾਕੀ ਦੀ ਗੱਲ ਸਵੇਰੇ ਕਰਾਂਗੇ। ਸ਼੍ਰੀ ਕ੍ਰਿਸ਼ਨ ਨੇ ਕਿਹਾ ਠੀਕ ਹੈ, ਰਾਤ ਨਾਲ ਮੰਨ ਗਏ, ਬਾਕੀ ਕੱਲ ਕਰਾਂਗੇ। ਤੇ ਉਹ ਸ਼ਿਸ਼ੂਪਾਲ ਨੂੰ ਕਹਿੰਦਾ ਦੁਰਯੋਧਨ ਨੇ ਲੈ ਚਲਵਾਈ ਇਹਨਾਂ ਦੇ ਸੌਣ ਵਾਲੇ ਕਮਰੇ 'ਚ। ਤੇ ਭਗਵਾਨ ਨੇ ਕਿਹਾ ਵੀ ਮੈਂ ਰਾਤ ਤੇ ਰਵਾਂਗਾ, ਪਰ ਮੈਂ ਤੁਹਾਡੇ ਨਹੀਂ ਰਹਿਣਾ, ਆ ਕਰ ਲੋ ਗੱਲ। ਹਾਲਾਂਕਿ ਰਿਸ਼ਤੇਦਾਰੀ ਵੀ ਸੀ, ਲੇਕਿਨ ਭਗਵਾਨ ਨੇ ਉਹਨੂੰ ਆਖਿਆ ਵੀ ਨਾ ਤੂੰ ਮੇਰਾ ਮਿੱਤਰ ਹੈ, ਕਹਿੰਦੇ ਰਾਤ ਤੇ ਰਹਾਂਗਾ ਮੈਂ ਜਾਂ ਮਿੱਤਰ ਦੇ ਜਾਂ ਆਪਣੇ ਭਗਤ ਦੇ ਰਵਾਂਗੇ, ਤੇ ਨਾ ਤੂੰ ਮੇਰਾ ਮਿੱਤਰ ਹੈ ਤੇ ਨਾ ਹੀ ਤੂੰ ਮੇਰਾ ਭਗਤ ਹੈ। ਔਰ ਉਹ ਛੱਡ ਛਡਾ ਕੇ ਉਹਦੇ ਮਹਿਲ ਤੇ ਉਹ ਬਿਦਰ ਜੀ ਦੇ ਘਰ ਚਲੇ ਗਏ। ਬਿਦਰ ਜੀ ਸ਼ਹਿਰੋਂ ਬਾਹਰ ਇੱਕ ਕੁਟੀਆ ਵਿੱਚ ਰਹਿੰਦੇ ਸਨ, ਔਰ ਉਸ ਵੇਲੇ ਉਹ ਘਰ ਨਹੀਂ ਸਨ। ਉਹਨਾਂ ਦੀ ਪਤਨੀ ਸੀ। ਉਹ ਵਿਚਾਰੀ ਸੁੱਧ ਬੁੱਧੀ ਭੁੱਲ ਗਈ ਜਦੋਂ ਆਵਾਜ਼ ਸੁਣੀ ਦਰਵਾਜ਼ੇ ਤੇ ਕ੍ਰਿਸ਼ਨ ਜੀ ਦੀ। ਸੁੱਧ ਬੁੱਧੀ ਭੁੱਲ ਗਈ, ਸਿਰ ਤੇ ਚੁੰਨੀ ਲੈਣਾ ਵੀ ਭੁੱਲ ਗਈ ਕਿ ਮੇਰੇ ਘਰ ਦੇ ਵਿੱਚ ਸੰਤ ਆ ਗਏ ਨੇ, ਗੁਰੂ ਆ ਗਿਆ। ਗੁਰਮੁਖੋ ਪਿਆਰਿਓ, ਇੰਝ ਹੀ ਹੁੰਦਾ ਹੈ। ਮੈਂ ਤੁਹਾਨੂੰ ਵੀ ਵੇਖਣਾ, ਗੁਰੂ ਵਾਲਿਆਂ ਨੂੰ ਮੈਂ ਹੁਣ ਵੀ ਵੇਖਣਾ। ਉਹ ਕਿਸੇ ਵੀ ਗੁਰੂ ਨੂੰ ਮੰਨਦੇ ਹੋਣ, ਲੇਕਿਨ ਗੁਰੂ ਵਾਲੇ ਜਿਹੜੇ ਨੇ ਉਹਨਾਂ ਨੂੰ ਹੁਣ ਵੀ ਅਸੀਂ ਅੱਖੀਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਸੁੱਧ ਬੁੱਧ ਭੁੱਲ ਜਾਂਦੀ ਹੈ ਜਦੋਂ ਸੰਤ ਆਉਣ। ਗੁਰੂ ਆਏ ਤੇ ਫਿਰ ਤੇ ਗੱਲ ਹੀ ਹੋਰ, ਸੰਤ ਆਉਣ ਤਾਂ ਵੀ ਉਹਨਾਂ ਵਾਸਤੇ ਇੱਕ ਐਸੀ ਗੱਲ ਹੋ ਜਾਂਦੀ ਹੈ ਕਿ ਅੱਜ ਮੇਰੇ ਘਰ ਚੰਨ ਚੜ੍ਹ ਗਏ।
ਔਰ ਗੁਰਮੁਖੋ ਪਿਆਰਿਓ, ਉਹ ਵਿਚਾਰੀ ਸੁੱਧ-ਬੁੱਧ ਭੁੱਲ ਗਈ। ਕੁੰਡਾ ਖੋਲਿਆ, ਮਹਾਰਾਜ ਅੰਦਰ ਆਏ ਤੇ ਸਿਰ ਤੇ ਕੱਪੜਾ ਲੈਣ ਲਈ ਵੀ ਮਹਾਰਾਜ ਨੇ ਆਪਣਾ ਪਰਨਾ ਦਿੱਤਾ। ਲੋ ਮਾਤਾ ਜੀ, ਧਰਮ ਮਾਤਾ ਕਿਹਾ ਉਹਨਾਂ ਨੂੰ। ਉਹਨਾਂ ਵਾਸਤੇ ਕੋਈ ਉਹ ਸ਼ਡਿਊਲ ਕਾਸਟ ਨਹੀਂ ਸੀ, ਛੋਟੀ ਜਾਤੀ ਨਹੀਂ ਸੀ, ਦਾਸੀ ਪੁੱਤਰ ਦੀ ਵਾਈਫ ਨਹੀਂ ਸੀ। ਬਿਦਰ ਨੂੰ ਦਾਸੀ ਪੁੱਤਰ ਕਹਿੰਦੇ ਸੀ, ਲੇਕਿਨ ਗੁਰੂ ਵਾਸਤੇ ਇਹ ਕੰਮ ਨਹੀਂ ਹੁੰਦਾ, ਉਹ ਵੰਡਦਾ ਹੀ ਨਹੀਂ। ਉਹਨਾਂ ਵਾਸਤੇ ਤੇ ਸਿਰ ਦਾ ਸਾਹਬ ਹੁੰਦਾ, ਹਰ ਗੁਰਸਿੱਖ ਸਿਰ ਦਾ ਸਾਹਬ ਹੁੰਦਾ। ਔਰ ਸੰਤ ਜਨੋਂ ਉਧਰੋਂ ਫਿਰ ਬਿਦਰ ਜੀ ਵੀ ਆ ਗਏ, ਉਹਨਾਂ ਨੂੰ ਵੀ ਚਾਅ ਚੜ ਗਿਆ। ਔਰ ਪਲੰਗ ਪੁਲੰਗ ਤੇ ਉੱਥੇ ਹੈ ਨਹੀਂ ਸਨ। ਜਦੋਂ ਫਿਰ ਵੇਖਿਆ ਕਿ ਮਹਾਰਾਜ ਕਹਿਣ ਲੱਗੇ ਮੈਨੂੰ ਤੇ ਭੁੱਖ ਲੱਗੀ ਭਾਈ, ਫਿਰ ਇਤਿਹਾਸ ਕਹਿੰਦਾ ਉਹਨੇ ਸਾਗ ਤੌੜੀ 'ਚ ਰੱਖਿਆ ਹੀ ਉਹਨੇ। ਇੰਨਾ ਚਾਅ ਚੜ ਗਿਆ, ਇੰਨਾ ਚਾਅ ਚੜ ਗਿਆ ਕਿ ਸਾਗ ਬਣ ਗਿਆ ਔਰ ਪ੍ਰਸ਼ਾਦੇ ਬਣਾ ਕੇ ਜਦੋਂ ਅੱਗੇ ਰੱਖੇ ਤੇ ਮਹਾਰਾਜ ਐ ਖੁਸ਼ੀ ਖੁਸ਼ੀ ਖਾ ਗਏ। ਉਹ ਬਾਅਦ ਵਿੱਚ ਜਦੋਂ ਪਤੀ ਪਤਨੀ ਨੇ ਛਕਿਆ ਤੇ ਫਿਰ ਪਤਾ ਲੱਗਾ ਮਾਈ ਗਾਡ, ਅਸੀਂ ਲੂਣ ਤੇ ਪਾਣਾ ਹੀ ਭੁੱਲ ਗਏ। ਤੇ ਮਹਾਰਾਜ ਗੁਰੂ ਜਿਹੜਾ ਹੁੰਦਾ ਹੈ, ਸੰਤ ਜੋ ਹੁੰਦੇ ਨੇ, ਉਹ ਇਸੇ ਵਾਸਤੇ ਇਹ ਮਸ਼ਹੂਰ ਹੋਇਆ ਪਿਆ ਵੀ ਲੂਣਾ ਸਾਗ ਖਾਦਾ, ਲੂਣ ਤੋਂ ਬਗੈਰ। ਕਿਉਂਕਿ ਸੰਤ ਜਨੋਂ ਇੱਕ ਜਿੰਨੀਆਂ ਮਰਜ਼ੀ ਰਿਧੀਆਂ ਸਹੀਆਂ ਆ ਜਾਣ, ਲੇਕਿਨ ਸੰਤ ਇਹ ਤੇ ਵੱਖਰੀ ਗੱਲ। ਦਰਬਾਰ ਦੇ ਵਿੱਚ ਬਾਕੀ ਵੀ ਸੰਸਾਰੇ, ਧ੍ਰਿਤਰਾਸ਼ਟਰ ਵੀ ਸੀ, ਪਾਂਡੂ ਪੁੱਤਰ ਵੀ ਸੰਸਾਰੇ ਸਨ, ਲੇਕਿਨ ਕੀਮਤ ਕਿਸ ਨੇ ਪਾਈ ਸਮਝਦਾ ਕੌਣ ਹੈ। ਹੋਲੀ ਬਾਈਬਲ ਦੇ ਵਿੱਚ ਇੱਕ ਮਹਾਰਾਜ ਦਾ ਪੈਰਾਬਲ ਆਉਂਦਾ ਹੈ, ਲਾਰਡ ਜੀਸਸ ਕ੍ਰਾਈਸਟ ਦਾ। ਕਹਿੰਦੇ ਕਿਸਾਨ ਜਦੋਂ ਛੱਟਾ ਦਿੰਦਾ ਹੈ ਨਾ ਬੀਜ ਦਾ, ਤੇ ਕੁਝ ਬੀਜ ਜਿਹੜਾ ਹੈ ਉਹ ਰਸਤਿਆਂ 'ਚ ਗਿਰ ਜਾਂਦਾ ਹੈ, ਤੇ ਜਿਹੜਾ ਰਸਤਿਆਂ 'ਚ ਗਿਰ ਜਾਂਦਾ ਹੈ ਉਹਨੂੰ ਪੰਛੀ ਚੁਗ ਕੇ ਲੈ ਜਾਂਦੇ ਨੇ ਉਸੇ ਵੇਲੇ। ਕੁਝ ਬੀਜ ਐਸਾ ਹੈ ਜਿਹੜਾ ਪਥਰੀਲੀ ਧਰਤੀ ਤੇ ਡਿੱਗ ਪੈਂਦਾ ਹੈ। ਪਥਰੀਲੀ ਧਰਤੀ ਤੇ ਉੱਗੇਗਾ ਤੇ ਸਹੀ ਥੋੜਾ ਜਿਹਾ, ਪਰ ਉਹਦੀ ਉਮਰ ਬਸ ਕੁਝ ਘੰਟੇ ਹੀ ਹੁੰਦੀ ਹੈ। ਔਰ ਕੁਝ ਬੀਜ ਐਸਾ ਹੈ ਜਿਹੜਾ ਕੰਡਿਆਂ 'ਚ ਡਿੱਗ ਪੈਂਦਾ ਹੈ, ਥੋਰਨ ਵਿੱਚ, ਉਹਨੂੰ ਕੰਡੇ ਹੀ ਖਾ ਜਾਂਦੇ ਨੇ। ਲੇਕਿਨ ਕੁਝ ਬੀਜ ਐਸਾ ਹੈ ਆਪ ਜੈਸੇ ਗੁਰਮੁਖਾਂ ਪਿਆਰਿਆਂ ਵਰਗੀ ਧਰਤੀ 'ਚ, ਉਪਜਾਊ ਧਰਤੀ 'ਚ ਗਿਰਦਾ ਹੈ, ਉਹ ਫਿਰ ਕਈ ਗੁਣਾ ਹੁੰਦਾ, ਕਈ ਗੁਣਾ। ਔਰ ਜੀਸਸ ਜੀ ਮਹਾਰਾਜ ਨੇ ਕਿਹਾ ਕਿ ਕਈ ਬੰਦੇ ਸਤਸੰਗ 'ਚ ਆਉਂਦੇ ਨੇ ਬਸ ਦੇਖਾ ਦੇਖੀ, ਉਹ ਫਿਰ ਗਿਆਨ ਪ੍ਰਾਪਤ ਵੀ ਕਰ ਲੈਣ ਤੇ ਬਸ ਇਸ ਕੰਨੋਂ ਸੁਣਿਆ ਤੇ ਇਧਰੋਂ ਕੱਢ ਦਿੱਤਾ। ਕੁਝ ਬੰਦੇ ਐਸੇ ਪਸ਼ੂ ਵ੍ਰਿਤੀ ਦੇ ਹੁੰਦੇ ਨੇ, ਪੱਥਰ ਵ੍ਰਿਤੀ ਦੇ ਹੁੰਦੇ, ਉਹ ਫਿਰ ਥੋੜੀ ਦੇਰ ਲਈ ਐਵੇਂ ਮਾਮੂਲੀ ਜਿਹਾ ਬੜਾ ਅੱਛਾ ਮਜ਼ਾ ਆ ਗਿਆ ਜੀ, ਮਜ਼ਾ ਆ ਗਿਆ ਉਸ ਵੇਲੇ, ਮੁੜ ਕੇ ਫਿਰ ਉੱਥੇ ਦੀ ਉੱਥੇ ਪਰਨਾਲਾ ਉੱਥੇ ਹੀ। ਔਰ ਕੁਝ ਬੰਦੇ ਉਗਦਾ, ਲੇਕਿਨ ਸਮਾਜ ਦੇ ਵਿੱਚ ਜਿਉਂਦੇ ਜੀ ਸਾਨੂੰ ਕਈ ਮੁਸੀਬਤਾਂ ਆਉਂਦੀਆਂ ਨੇ, ਪਰਿਵਾਰ ਦੀਆਂ, ਬੱਚਿਆਂ ਦੀਆਂ, ਸਮਾਜ ਦੀਆਂ, ਸ਼ਰੀਕਾਂ ਦੀਆਂ, ਸਰਕਾਰ ਦੀਆਂ। ਇਹਨੂੰ ਕੰਡੇ ਗਿਣਿਆ ਜਾਂਦਾ, ਔਰ ਉਹ ਕੰਡੇ ਜਿਹੜੇ ਨੇ ਉਹ ਹੀ ਖਾ ਜਾਂਦੇ ਨੇ। ਔਰ ਕੁਝ ਜਿਹੜੇ ਜਗਿਆਸੂ ਤੁਹਾਡੇ ਵਰਗੇ ਸਤਸੰਗੀ, ਉਹ ਉਪਜਾਊ ਧਰਤੀ ਗਿਣਿਆ ਗਿਆ।
ਔਰ ਜੋ ਉਸ ਧਰਤੀ ਵਿੱਚ ਗਿਰ ਜਾਂਦਾ ਹੈ ਉਹ ਫਿਰ ਕਈ ਗੁਣਾ ਹੋ ਕੇ ਪ੍ਰਗਟ ਹੁੰਦਾ ਹੈ। ਇਸ ਵਾਸਤੇ ਸੰਤ ਜਨੋ ਭਗਵਾਨ ਸ਼੍ਰੀ ਕ੍ਰਿਸ਼ਨ ਜਦੋਂ ਉਹਦੇ ਗਏ ਨੇ ਔਰ ਲੂਣਾ ਸਾਗ ਛਕਿਆ ਉਹਨਾਂ ਨੇ ਔਰ ਉਹ ਧੰਨ ਧੰਨ ਕਰ ਦਿੱਤੀ, ਮਾਰੇ ਰਾਤ ਵੀ ਉੱਥੇ ਹੀ ਸੁੱਤੇ। ਔਰ ਦੂਜੇ ਦਿਨ ਉਹਨੂੰ ਪਤਾ ਤੇ ਲੱਗ ਹੀ ਗਿਆ ਸੀ ਦੁਰਯੋਧਨ ਤੇ ਬਿਦਰਤ ਸੁੱਤੇ ਨੇ, ਹੈ ਤੇ ਚਾਚਾ ਸੀ ਲੇਕਿਨ ਅੰਕਲ ਸੀ, ਪਰ ਕਿਉਂਕਿ ਭਾਵੇਂ ਪਿਓ ਹੀ ਸੀ, ਵਿਆਹ ਸੀ, ਲੇਕਿਨ ਮਾਂ ਦੀ ਕੋਖ ਵੱਖਰੀ ਸੀ, ਇਸ ਲਈ ਦਾਸੀ ਸੀ, ਉਹ ਨੌਕਰਾਣੀ ਸੀ, ਇਸ ਲਈ ਉਹ ਬਿਦਰ ਦੇ ਕੋਲੋਂ ਕੁਝ ਸਿੱਖ ਨਹੀਂ ਸਕਿਆ। ਸਲਾਹ ਤੇ ਲੈਂਦੇ ਸੀ, ਧਿਰਤਰਾਸ਼ਟਰ ਵੀ ਲੈਂਦਾ ਸੀ ਭਰਾ ਸਮਝ ਕੇ, ਲੇਕਿਨ ਉਹ ਇੱਕ ਭਗਤ ਬੰਦਾ ਜਿਹੜਾ ਸੀ, ਇਹ ਸਾਰੇ ਲੋਕਾਂ ਦਾ ਟੈਕਸ ਕੀਤਾ ਹੋਇਆ ਖਾਈ ਜਾਂਦੇ ਸੀ, ਐਸ਼ਾਂ ਕਰਦੇ ਸੀ। 100 ਪੁੱਤਰ ਧਿਰਤਰਾਸ਼ਟਰ ਦੇ, ਗੰਧਾਰੀ ਦੇ। ਹਾਲਾਂਕਿ ਗੰਧਾਰੀ ਜਿਹੜੀ ਹੈ ਉਹ ਬੜੀ ਭਗਤ ਸੀ, ਚੰਗੀ, ਬਹੁਤ ਅੱਛੇ ਕਰੈਕਟਰ ਦੀ ਸੀ, ਲੇਕਿਨ ਜੇ ਅਸੀਂ ਦੇਖੀਏ ਕਿ ਧਿਰਤਰਾਸ਼ਟਰ ਬਾਪ ਉਹ ਪਿਓ ਦੇ ਪੁੱਤਰ ਦੇ ਮੋਹ ਵਿੱਚ ਆ ਕੇ ਤੇ ਆਪਣੀ ਜੋ ਇੱਕ ਇਨਸਾਨੀਅਤ ਹੈ ਉਹ ਭੁੱਲ ਗਿਆ। ਔਰ ਸੰਤ ਜਨੋ ਫਿਰ ਭਾਈ ਗੁਰਦਾਸ ਨੇ ਦੂਜੇ ਦਿਨ ਦੀ ਜਿਹੜੀ ਕਥਾ ਹੈ ਉਹ ਇੰਜ ਲਿਖੀ ਹੈ। ਉਹ ਮਹਾਰਾਜ ਉਹ ਕਹਿੰਦੇ ਨੇ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ। ਜਦੋਂ ਉਹਨੂੰ ਪਤਾ ਲੱਗਾ ਕਿ ਬਿਦਰ ਦੇ ਸੁੱਤੇ ਨੇ ਤੇ ਸੁੱਤੇ ਵੀ ਪੁੰਜੇ ਨੇ, ਸੁੱਤੇ ਦਰੀ ਜੀ ਵਿਛਾ ਕੇ ਥੱਲੇ ਨੇ, ਤੇ ਬੜਾ ਰੁੱਖਾ ਬੋਲਿਆ। ਹੁਣ ਗੁਰੂ ਨਾਲ ਰੁੱਖਾ ਬੋਲ ਕੇ ਅਸੀਂ ਸ਼ੁਕਰ ਕਰੀਏ, ਦਾਤਾ ਸਾਡੇ ਕੋਲੋਂ ਕਦੀ ਇਸ ਤਰ੍ਹਾਂ ਦਾ ਕੰਮ ਨਾ ਕਰਾਇਆ। ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਜਦੋਂ ਆਏ ਭਗਵਾਨ ਕ੍ਰਿਸ਼ਨ ਦਰਬਾਰ 'ਚ ਦੂਜੇ ਦਿਨ ਤੇ ਬੜਾ ਰੁੱਖਾ ਬੋਲਿਆ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾ ਕੇ ਸੁੱਤਾ। ਕਹਿੰਦੇ ਸਾਡਾ ਘਰ ਛੱਡਿਆ ਤੇ ਨੌਕਰ ਦੇ ਘਰ ਜਾ ਕੇ ਸੁੱਤੇ ਹੋ। ਕਹਿੰਦੇ ਫਿਰ ਨੌਕਰ ਦੇ ਘਰ ਸੁੱਤੇ ਹੋ ਜਾ ਕੇ। ਇਹ ਸਵਾਲ ਕਰਦਾ। ਸਤਿਗੁਰੂ ਤੇ ਤਾਂ ਹੀ ਸਤਿਗੁਰੂ ਹੈ, ਉਹਦੇ ਲਈ ਕੋਈ ਨੌਕਰ ਨਹੀਂ ਹੁੰਦਾ, ਉਹਦੇ ਵਾਸਤੇ ਸਭ ਬਰਾਬਰ ਹੁੰਦੇ ਨੇ। ਜਿਸ ਤਰ੍ਹਾਂ ਇੱਕ ਅਕਬਰ ਦੇ ਵੇਲੇ ਦੀ ਕਥਾ ਹੁੰਦੀ ਹੈ ਕਿ ਬਾਬਾ ਫਰੀਦ ਜੀ ਨੂੰ ਪਿੰਡ ਵਾਲਿਆਂ ਕਿਹਾ ਵੀ ਅਕਬਰ ਤੁਹਾਡੀ ਬੜੀ ਇੱਜ਼ਤ ਕਰਦਾ ਹੈ ਤੇ ਤੁਸੀਂ ਜਾਓ ਤੇ ਉਹਦੇ ਕੋਲੋਂ ਜਾ ਕੇ ਨਾ ਮੰਗ ਕਰਕੇ ਆਓ ਕਿ ਸਾਡੇ ਸਕੂਲ, ਇੱਕ ਪਿੰਡ ਦੇ ਵਿੱਚ ਸਕੂਲ ਹੀ ਬਣਾ ਦੇ। ਦਿਲ ਤੇ ਨਹੀਂ ਸੀ ਕਰਦਾ ਫਿਰ ਬਾਬਾ ਫਰੀਦ ਦਾ, ਲੇਕਿਨ ਫਕੀਰ ਆਦਮੀ, ਰਾਜਾ ਮਹਾਰਾਜਿਆਂ ਦੇ ਕੀ ਲੈਣਾ, ਲੇਕਿਨ ਪਿੰਡ ਵਾਲਿਆਂ ਦੇ ਕਹਿਣ ਤੇ ਚਲੇ ਗਏ। ਤੇ ਬਾਬਾ ਫਰੀਦ ਨੂੰ ਰੋਕਦਾ ਤੇ ਕੋਈ ਨਹੀਂ ਸੀ, ਮਹਿਲ 'ਚ ਜਾਣ ਦੇ ਮਹਿਲ ਚਲੇ ਗਏ। ਅਕਬਰ ਬੰਦਾ ਤੇ ਚੰਗਾ ਸੀ, ਲੇਕਿਨ ਨਮਾਜ਼ ਪੜ੍ਹਦਾ ਸੀ। ਨਮਾਜ਼ ਪੜ੍ਹਦਿਆਂ ਉਹ ਦੁਨੀਆ ਦੀਆਂ ਸਾਰੀਆਂ ਤਾਕਤਾਂ ਮੰਗੇ ਪਿਆ ਰੱਬ ਤੋਂ, ਅੱਲਾਹ ਤਾਲਾ ਤੋਂ। ਤੇ ਇਹ ਵੇਖਦੇ ਰਹੇ ਬਾਬਾ ਫਰੀਦ ਜੀ, ਤੇ ਜਿਉਂ ਹੀ ਵੇਖਿਆ ਵੀ ਇਹ ਤੇ ਬਹੁਤ ਵੱਡਾ ਮੰਗਤਾ ਹੈ, ਮੈਂ ਤੇ ਸਕੂਲ ਹੀ ਮੰਗਣ ਆਇਆ ਸਾਂ, ਇਹ ਤੇ ਸਾਰੀ ਦੁਨੀਆ ਹੀ ਪਿਆ ਮੰਗਦਾ, ਤੇ ਜਿਹਦੇ ਤੋਂ ਇਹ ਮੰਗਦਾ ਮੈਂ ਉਹਦੇ ਤੋਂ ਕਿਉਂ ਨਾ ਸਿੱਧਾ ਹੀ ਮੰਗ ਲਾਂ। ਤੇ ਸਾਧ ਸੰਗਤ ਤੋਂ ਵਾਪਸ ਤੁਰਨ ਲੱਗੇ। ਉਹਨਾਂ ਦੇ ਪੈਰਾਂ ਦੀ ਆਵਾਜ਼ ਸੁਣ ਕੇ ਤੇ ਅਕਬਰ ਨੇ ਪਿਛਾਂਹ ਮੁੜ ਕੇ ਵੇਖਿਆ। ਕਹਿੰਦੇ ਬਾਬਾ ਜੀ ਕੀ ਗੱਲ, ਤੁਸੀਂ ਆਏ ਤੇ ਚਲੇ ਵੀ ਗਏ, ਕਿਹਾ ਕੋਈ ਨਾ, ਆਓ ਹੁਕਮ ਕਰੋ, ਕੀ ਗੱਲ ਹੈ। ਕਹਿੰਦੇ ਕੀ ਗੱਲ, ਕੀ ਦੱਸਾਂ ਤੈਨੂੰ। ਕਹਿੰਦੇ ਮੈਂ ਤੇ ਮਾੜੀ ਜੀ ਮੰਗ ਲੈ ਕੇ ਆਇਆ ਸੀ, ਤੇ ਮੈਂ ਤੈਨੂੰ ਵੇਖਿਆ, ਤੂੰ ਤੇ ਮੇਰੇ ਤੋਂ ਵੀ ਵੱਡਾ ਮੰਗਤਾ। ਮੇਰੀ ਮੰਗ ਤੇ ਮੈਂ ਸਕੂਲ ਦੀ ਸੀ, ਤੂੰ ਤੇ ਸਾਰੀ ਕਾਇਨਾਤ ਹੀ ਮੰਗੀ ਜਾਂਦਾ। ਇਸ ਵਾਸਤੇ ਫਿਰ ਮੈਂ, ਜੇ ਤੂੰ ਮੰਗ ਕੇ ਮੈਨੂੰ ਦੇਣਾ, ਮੈਂ ਉਹਦੇ ਤੋਂ ਹੀ ਕਿਉਂ ਨਾ ਮੰਗ ਲਾਂ। ਔਰ ਉਹ ਸੰਤ ਜਨੋ ਗੁਰਸਿੱਖ ਐਸੇ ਹੁੰਦੇ ਨੇ ਤੁਹਾਡੇ ਵਰਗੇ, ਮੰਗਣਾ ਤੇ ਰੱਬ ਤੋਂ ਮੰਗਣਾ, ਮੰਗਣਾ ਤੇ ਗੁਰੂ ਤੋਂ ਮੰਗਣਾ, ਸੰਤਾਂ ਤੋਂ ਮੰਗਣਾ ਦਿਲ 'ਚ, ਵਰਨਾ ਭਗਤੀ ਤੇ ਬਗੈਰ ਮੰਗਣ ਦੇ
ਭਗਤੀ ਤੇ ਉਹ ਹੀ ਹੈ ਜਿਹੜੀ ਨਿਸ਼ਕਾਮ ਹੋਏ। ਤੇ ਫਿਰ ਕਹਿੰਦੇ ਨੇ ਕਿ ਭੀਖਮ ਦ੍ਰੋਣਾ ਕਰਨ ਤਜ ਸਭ ਸਿਗਾਰ ਵੱਡੇ ਮਨੁੱਖਾ। ਔਰ ਦ੍ਰੋਣ ਨੂੰ ਤੇ ਬਾਕੀ ਸਾਰਿਆਂ ਨੂੰ, ਭੀਸ਼ਮ ਪਿਤਾਮਾ, ਕਰਨ ਨੂੰ, ਉਹਨਾਂ ਨੂੰ ਸਭ ਛੱਡ ਦਿੱਤਾ। ਐਡੀ ਵੱਡੀ ਸਭਾ ਸੀ, ਸਭ ਛੱਡ ਦਿੱਤਾ। ਔਰ ਝੁੰਗੀ ਜਾਏ ਬੁਲਾਵਨ ਸਭਨਾ ਦੇ ਜੀ ਅੰਦਰ ਦੁੱਖਾ। ਸਾਰਿਆਂ ਦੇ ਅੰਦਰ ਇਹ ਤੁਖੜੀ ਦੀ ਗੱਲ ਕਿ ਸਾਡਾ ਸਭ ਕੁਝ ਛੱਡ ਕੇ ਤੇ ਉਹਦੀ ਝੁੱਗੀ ਵਿੱਚ ਜਾ ਸੁੱਤੇ ਨੇ। ਕਿਉਂਕਿ ਗੁਰੂ ਵਾਸਤੇ ਝੁੱਗੀ ਨਹੀਂ ਹੁੰਦੀ, ਬਲਕਿ ਇੱਥੋਂ ਤੱਕ ਲਿਖਿਆ ਹੈ ਕਿ ਸੰਤਨ ਕੀ ਕੁਟਿਆ ਪੜੀ। ਸੰਤ ਦੀ ਕੁਟਿਆ ਜਿਹੜੀ ਇਹ ਝੁੱਗੀ ਹੈ, ਉਹ ਚੰਗੀ ਹੈ। ਔਰ ਸਾਕਤ ਦਾ ਗਾਉਂ, ਉਹ ਪੂਰੇ ਪਿੰਡ ਦਾ ਮਾਲਕ ਕਿਉਂ ਨਾ ਹੋਏ, ਉਹਦੇ ਨਾਲੋਂ ਮਹਾਂਪੁਰਸ਼ ਦੀ ਇੱਕ ਝੁੱਗੀ ਜੋ ਹੈ, ਜੋ ਕੁਟਿਆ ਹੈ, ਉਹ ਮੁਬਾਰਕ ਹੁੰਦੀ ਹੈ। ਕਿਉਂਕਿ ਉਹਨਾਂ ਦੀ ਖੁਰਾਕ ਸੰਤਾਂ ਦੀ ਭਾਵ ਹੈ, ਪ੍ਰੇਮ ਹੈ, ਸ਼ਰਧਾ ਹੈ। ਉਹ ਉਸ ਨੂੰ ਸਭ ਤੋਂ ਵੱਡੀ ਸ਼ਕਤੀ ਮੰਨਦੇ ਨੇ। ਤੇ ਕਹਿੰਦੇ ਕਿ ਉਹਨਾਂ ਨੇ ਪੁੱਛਿਆ ਵੇ, ਤੁਸੀਂ ਸਾਡਾ ਛੱਡ ਕੇ ਤੇ ਝੁੱਗੀ ਵਿੱਚ ਚਲੇ ਗਏ ਸੋ। ਤੇ ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ। ਕਹਿੰਦੇ ਮੇਰੀ ਗੱਲ ਧਿਆਨ ਨਾਲ ਸੁਣ, ਰਾਜਾ ਤੂੰ ਹੋਏਗਾ ਆਪਣੇ ਮਹਿਲਾਂ 'ਚ, ਲੇਕਿਨ ਜਿਹੜੇ ਸੰਤ ਨੇ ਤੇਰੇ ਭਾਵਨਾ ਦਿਸੇ ਹੀ ਮੇਰੇ ਨਹੀਂ ਆਪਦਾ ਦੁੱਖਾ। ਕਹਿੰਦੇ ਤੇਰਾ ਮੈਨੂੰ ਪਿਆਰ ਨਹੀਂ ਦਿਸਿਆ ਕਿਧਰੋਂ ਵੀ, ਤੇਰੇ ਮਨ 'ਚ ਸ਼ਰਧਾ ਹੀ ਨਹੀਂ ਹੈ। ਜਿਨ੍ਹਾਂ ਦੀ ਗੁਰੂ ਪ੍ਰਤੀ ਸ਼ਰਧਾ ਹੁੰਦੀ ਹੈ, ਉਹ ਸਾਧ ਸੰਗਤ ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹਿ ਕਰੂੰ ਬੇਨਤੀ ਕੋ ਸੰਤ ਮਿਲੇ ਵਡ ਭਾਗੇ। ਉਹ ਕਹਿੰਦੇ ਤਨ ਅਰਪੂ ਤਨ ਰਾਖੂ ਆਗੇ, ਤਨ ਵੀ ਅਰਪਣ ਕਰਦੇ ਆ, ਧਨ ਵੀ ਅਰਪਣ ਕਰਦੇ ਆ, ਮਨ ਕੀ ਮਤ ਮੋਏ ਸਗਲ ਤੇ ਤੂੰ ਇਹ ਆਪਣੇ ਮਨ ਦੀ ਮਤ ਵਿੱਚ ਹੀ ਫਸਿਆ ਪਿਆ ਹੈ। ਸੋ ਇਸ ਲਈ ਸੰਤ ਜਨੋ ਮਹਾਂਪੁਰਸ਼ੋ, ਵਿਦਰ ਜੀ ਉਹ ਹਮੇਸ਼ਾ ਭਗਤੀ ਦੇ ਮਾਰਗ ਤੇ ਯਾਦ ਰਹਿਣਗੇ। ਉਹਨਾਂ ਨੂੰ ਇਹ ਗੱਲ ਇਹ ਦਰਸਾਉਂਦੀ ਹੈ ਕਿ ਸੰਤਾਂ ਵਾਸਤੇ ਕੇਵਲ ਤੇ ਕੇਵਲ ਭਗਤੀ ਹੀ ਸਭ ਤੋਂ ਉੱਪਰ ਹੁੰਦੀ ਹੈ, ਪਿਆਰ ਹੀ ਸਭ ਤੋਂ ਉੱਪਰ ਹੁੰਦਾ ਹੈ। ਸੰਤਾਂ ਵਾਸਤੇ ਹੋਰ ਕੋਈ ਚੀਜ਼ ਨਹੀਂ। ਜਿਸ ਤਰ੍ਹਾਂ ਅਨੇਕਾਂ ਮਿਸਾਲਾਂ ਸਾਡੇ ਕੋਲ ਆਉਂਦੀਆਂ ਨੇ, ਔਰ ਇੱਕ ਸਾਧੂ ਸੰਤ ਬਰਫ਼ ਦੇ ਵਿੱਚ ਸਮਾਧੀ ਲਗਾ ਕੇ ਬੈਠਾ ਸੀ, ਔਰ ਉਧਰੋਂ ਦੀ ਰਾਜੇ ਦੀਆਂ ਫੌਜਾਂ ਲੰਘਦੀਆਂ ਸੀ। ਉਹ ਲੰਘ ਤਲੰਗ ਬੈਠਾ, ਠੰਡ, ਫੌਜਾਂ ਲੰਘ ਰਿਹਾ ਤੇ ਜਿਹੜਾ ਰਾਜਾ ਸੀ ਉਹਨੇ ਵੇਖਿਆ ਬਈ ਇਹ ਵਿਚਾਰਾ ਭਗਤ ਹੈ, ਸੰਤ ਹੈ। ਉਹਦੇ ਮਨ ਵਿੱਚ ਪਿਆਰ ਆਇਆ, ਉਹਨੇ ਆਪਣਾ ਕੋਟ ਉਤਾਰ ਕੇ ਤੇ ਉਹਨਾਂ ਨੂੰ ਦੇ ਦਿੱਤਾ, ਉਹਨਾਂ ਦੇ ਉੱਤੇ ਦੇ ਦਿੱਤਾ। ਉਹ ਮਹਾਂਪੁਰਸ਼ ਉਹਨੇ ਕਹਿੰਦਾ ਰਾਜਾ ਮੈਨੂੰ ਕੋਟ ਨਹੀਂ ਚਾਹੀਦਾ। ਕਹਿੰਦੇ ਠੰਡ ਨਾਲ ਮਰ ਜਾਏਗਾ, ਬਹੁਤ ਠੰਡੀ। ਅੱਗੋਂ ਸੰਤਾਂ ਨੇ ਕਿਹਾ ਮੈਨੂੰ ਤਾਂ ਕੋਈ ਠੰਡ ਨਹੀਂ ਲੱਗਦੀ। ਹੁਣ ਸੋਚਦੇ ਨੇ ਇੱਕ ਮਨ ਦੀ ਅਵਸਥਾ ਹੁੰਦੀ ਹੈ, ਕਿਉਂਕਿ ਸਰੀਰ ਵੀ ਉਹੋ ਜਿਹਾ ਹੋ ਜਾਂਦਾ। ਸਾਨੂੰ ਯਾਦ ਹੈ ਇੰਡੀਆ ਵਿੱਚ ਵੀ ਕਈ ਵਾਰੀ ਮਾਈਨਸ ਟੈਂਪਰੇਚਰ ਹੋ ਜਾਂਦਾ ਸੀ ਪੰਜਾਬ 'ਚ, ਛੋਟੇ ਹੁੰਦਿਆਂ। ਨਾ ਕੋਈ ਹੀਟਰ ਸੀ, ਨਾ ਕੋਈ ਬਿਜਲੀ ਹੁੰਦੀ ਸੀ, ਕੇਵਲ ਉਂਝੀ ਅਸੀਂ ਰਜਾਈ ਲੈਣੀ, ਉਹਦੇ 'ਚ ਸੌਂ ਜਾਣਾ। ਲੇਕਿਨ ਹੁਣ ਯੂਰਪ ਦੇ ਵਿੱਚ ਕਿਉਂਕਿ ਸੈਂਟਰਲ ਹੀਟਿੰਗ ਹੈ, ਹੁਣ ਟੈਂਪਰੇਚਰ ਜੇ ਮਾੜਾ ਜਿਹਾ ਥੱਲੇ ਆਏ ਤੇ ਉਸ ਵੇਲੇ
ਉੱਪਰ ਕਰਦੇ ਆ ਵੀ ਠੰਡ ਹੋ ਗਈ ਜੀ, ਠੰਡ ਹੋ ਗਈ। ਪਹਿਲਾਂ ਮਾਈਨਸ ਵਿੱਚ ਵੀ ਉਂਝ ਹੀ ਹੁੰਦੇ ਸੀ। ਹੁਣ ਤੁਸੀਂ ਦੇਖੋ ਇੰਡੀਆ 'ਚ ਅਜੇ ਵੀ ਬਹੁਤ ਸਾਰੇ ਐਸੀ ਜਗ੍ਹਾ ਨੇ, ਉੱਥੇ ਕਿਹੜੀ ਸੈਂਟਰਲ ਹੀਟਿੰਗ ਹੈ, ਲੇਕਿਨ ਸਰੀਰ ਉਹੋ ਜਿਹਾ ਹੋ ਜਾਂਦਾ ਹੈ। ਔਰ ਉਹ ਮਹਾਂਪੁਰਸ਼ ਕਿਉਂਕਿ ਠੰਡ 'ਚ ਹੀ ਰਹਿੰਦਾ ਸੀ, ਉਹਨੂੰ ਤਾਂ ਲੱਗੇ ਨਾ। ਉਹ ਕਹਿਣ ਲੱਗਾ ਕਿਸੇ ਗਰੀਬ ਨੂੰ ਦੇ ਦੇਂ ਕੋਟ। ਮਹਾਤਮਾ ਰਾਜੇ ਨੂੰ ਕਹਿੰਦੇ ਕਿ ਗਰੀਬ ਨੂੰ ਕੋਟ ਦੇ ਦੇਂ। ਕਹਿਣ ਲੱਗਾ ਹੱਦ ਹੋ ਗਈ, ਕੱਪੜਾ ਤੇਰੇ ਨਹੀਂ ਸਿਰ ਆਪਣਾ ਸਰੀਰ ਦੇ ਉੱਤੇ, ਤੇਰੇ ਤੋਂ ਗਰੀਬ ਹੋਰ ਕਿਹੜਾ ਹੋਏਗਾ। ਤੇ ਉਹਨੇ ਫਿਰ ਫਕੀਰ ਨੇ ਪੁੱਛਿਆ ਕਿ ਤੇਰੇ ਕੋਲ ਸਭ ਕੁਝ ਹੈ? ਹਾਂ ਮੇਰੇ ਕੋਲ ਤੇ ਮਹਿਲ ਨੇ, ਸਭ ਕੁਝ ਹੈ, ਸੋਨਾ ਚਾਂਦੀ, ਐਵਰੀਥਿੰਗ ਆਈ ਹੈਵ। ਕਹਿੰਦੇ ਜਾ ਕਿੱਥੇ ਰਹੇ? ਕਹਿੰਦੇ ਨਾਲ ਦੇ ਰਾਜ ਦੇ ਉੱਤੇ ਹਮਲਾ ਕਰਨ ਜਾ ਰਹੇ ਆ, ਉਹਨੂੰ ਲੁੱਟਣ ਜਾ ਰਹੇ, ਉਹਨੂੰ ਆਪਣੇ ਕਬਜ਼ੇ 'ਚ ਕਰਨਾ। ਕਹਿਣ ਲੱਗੇ ਫਿਰ ਤੇਰੇ ਤੋਂ ਗਰੀਬ ਤੇ ਹੋਰ ਕੋਈ ਵੀ ਨਹੀਂ, ਇਹ ਕੋਟ ਤੂੰ ਹੀ ਰੱਖ। ਤੇਰੇ ਤੋਂ ਗਰੀਬ ਹੋਰ ਕੋਈ ਨਹੀਂ, ਜਿਹੜਾ ਸਭ ਕੁਝ ਹੁੰਦਿਆਂ ਸੁਣਦਿਆਂ ਫਿਰ ਨਾਲ ਦੇ ਰਾਜੇ ਤੇ ਜਾਏਗਾ, ਹਮਲਾ ਕਰੇਗਾ, ਕਈ ਬੰਦੇ ਮਰਨਗੇ, ਤੇਰਾ ਵੀ ਕੋਈ ਪਤਾ ਨਹੀਂ ਵੀ ਤੂੰ ਵੀ ਬਚੇ ਜਾਂ ਨਾ ਬਚੇ, ਕੋ ਪਤਾ ਤੇ ਨਹੀਂ। ਇਸ ਵਾਸਤੇ ਮੇਰੇ ਹਿਸਾਬ ਨਾਲ ਤੇਰੇ ਤੋਂ ਗਰੀਬ ਹੋਰ ਕੋਈ ਨਹੀਂ ਹੈ, ਤੂੰ ਹੀ ਕੋਟ ਰੱਖ ਲੈ। ਤੋ ਸੰਤ ਜਨੋ, ਇਸ ਤਰ੍ਹਾਂ ਮਹਾਤਮਾ ਮਹਾਂਪੁਰਸ਼ ਸੰਸਾਰ ਵਿੱਚ ਜਦੋਂ ਆਉਂਦੇ ਨੇ, ਉਹ ਗਰੀਬ ਦੇ ਬਾਂਹ ਫੜਦੇ ਨੇ, ਤੇ ਗਰੀਬ ਹੀ ਉਹਨਾਂ ਨੂੰ, ਗਰੀਬ ਨੂੰ ਹੀ ਤਾਂ ਹੀ ਤੇ ਮੈਂ ਹਮੇਸ਼ਾ ਕਿਹਾ ਕਰਨਾ ਵੀ ਸਤਿਗੁਰੂ ਨੂੰ ਕਦੇ ਵੀ ਅਮੀਰ ਨਵਾਜ ਨਹੀਂ ਕਿਹਾ ਜਾਂਦਾ, ਉਹਨੂੰ ਗਰੀਬ ਨਵਾਜ ਹੀ ਕਿਹਾ ਜਾਂਦਾ। ਔਰ ਦਾਸ ਦੀ ਇਹ ਕਥਾ ਸੁਣ ਕੇ ਜੇ ਕੋਈ ਮਿਲੀਅਨਰ ਵੀ ਹੈ, ਇਹ ਨਾ ਸੋਚਿਓ ਕਿ ਤੁਹਾਨੂੰ ਨਹੀਂ ਮਿਲ ਸਕਦਾ, ਤੁਹਾਨੂੰ ਵੀ ਮਿਲ ਸਕਦਾ, ਪਰ ਮਨ ਦੀ ਗਰੀਬੀ ਜ਼ਰੂਰੀ ਹੈ। ਇਹ ਸਮਝਣਾ ਹੁੰਦਾ ਹੈ ਗੁਰਸਿੱਖ ਨੇ ਕਿ ਮੇਰਾ ਮੁਝ में कुछ नहीं, जो कुछ है सो तेरा, तेरा तुझको सौंपया क्या लागे मेरा। ਅੱਜ ਦਾਸ ਨੇ ਆਪ ਜੀ ਦੇ ਨਾਲ ਉਸ ਮਹਾਤਮਾ ਦੀ, ਬਿਦਰ ਜੀ ਦੀ, ਜਿਹੜਾ ਕੰਡਿਆਂ ਵਿੱਚ ਰਹਿੰਦਾ ਹੋਇਆ, ਉਹ ਕੌਰਵਾਂ ਦੇ ਚਿੱਕੜ ਦੇ ਵਿੱਚ ਰਹਿੰਦਾ ਹੋਇਆ ਕਮਲ ਦੇ ਫੁੱਲ ਵਾਂਗ ਖਿੜਿਆ। ਉਸਨੇ ਆਪਣੇ ਆਪ ਨੂੰ ਉਹ ਕਰਪਸ਼ਨ, ਉਹ ਮੈਲ ਜਿਹੜੀ ਕੌਰਵਾਂ ਦੇ ਕੋਲ ਸੀ ਨਹੀਂ ਲੱਗਣ ਦਿੱਤੀ, ਬਲਕਿ ਜਦੋਂ ਮੌਕਾ ਆਇਆ ਵੀ ਜਾਂ ਤੂੰ ਮਿਨਿਸਟਰੀ ਰੱਖ ਲੈ, ਮਿਨਿਸਟਰੀ ਸੀ, ਜਾਂ ਤੂੰ ਮਿਨਿਸਟਰੀ ਰੱਖ ਲੈ ਜਾਂ ਫਿਰ ਤੂੰ ਇਹ ਗੱਲਾਂ ਕਰਨੀਆਂ ਛੱਡ ਦੇ। ਔਰ ਬਿਦਰ ਜੀ ਰਿਜ਼ਾਈਨ ਦੇ ਕੇ, ਮਹਿਲਾਂ ਨੂੰ ਛੱਡ ਕੇ ਉਹਨਾਂ ਉਹ ਨੌਕਰੀ ਵਗਾਹ ਮਾਰੀ। ਇਸ ਲਈ ਗੁਰਮੁਖੋ, ਐਸੇ ਮਹਾਤਮਾ ਨੂੰ ਹਮੇਸ਼ਾ ਯਾਦ ਕਰਨਾ, ਐਸੇ ਮਹਾਤਮਾ ਦੇ ਕੋਲੋਂ ਸਿੱਖਿਆ ਪ੍ਰਾਪਤ ਕਰਨੀ, ਔਰ ਹਮੇਸ਼ਾ ਇਹ ਗੱਲ ਚੇਤੇ ਰੱਖਣੀ ਕਿ ਗਰੀਬ ਜਿਹੜਾ ਹੈ, ਅਮੀਰ ਉਹਨੂੰ ਗਿਣਿਆ ਜਾਂਦਾ ਹੈ ਜਿਸ ਦੇ ਮਨ ਵਿੱਚ ਹਰੀ ਦਾ ਪ੍ਰੇਮ ਹੈ, ਜਿਸ ਦੇ ਮਨ ਵਿੱਚ ਗੁਰੂ ਦਾ ਪ੍ਰੇਮ ਹੈ। ਤਦੇ ਕਬੀਰ ਜੀ ਨੇ ਕਿਹਾ ਰਾਜਨ ਕੌਣ ਤੁਮਾਰੇ ਆਪ। ਸੰਤ ਮਹਾਂਪੁਰਸ਼ ਇੰਜ ਨਹੀਂ ਜਾਂਦੇ, ਗਰੀਬ ਦੇ ਨਹੀਂ ਜਾਂਦੇ। ਸੰਤ ਮਹਾਂਪੁਰਸ਼ ਸਿਰਫ ਪਿਆਰ ਵੇਖਦੇ ਨੇ, ਉਹ ਪਾਪ ਨਹੀਂ ਦੇਖਦੇ, ਉਹ ਸ਼ਰਧਾ ਦੇਖਦੇ ਨੇ। ਗਲਤੀ ਤੇ ਕੋਈ ਵੀ ਕਰ ਸਕਦਾ, ਕਿਸੇ ਕੋਲੋਂ ਵੀ ਹੋ ਸਕਦੀ, ਕੋਈ ਬੰਦਾ ਐਸਾ ਨਹੀਂ ਜਿਹਦੇ ਕੋਲੋਂ ਕੋਈ ਨਾ ਕੋਈ ਗਲਤੀ ਨਾ ਹੋਈ ਹੋਵੇ, ਕਿਸੇ ਕੋਲੋਂ ਵੀ ਹੋ ਸਕਦੀ। ਲੇਕਿਨ ਸੰਤ ਉਹਨਾਂ ਗਲਤੀਆਂ ਵੱਲ ਝਾਤੀ ਨਹੀਂ ਜੇ ਮਾਰਦੇ। ਸੋ ਦਾਸ ਆਪ ਜੀ ਵਾਸਤੇ ਹੀ ਅਰਦਾਸ ਕਰਦਾ, ਮੇਰੇ ਸੱਚੇ ਪਾਤਸ਼ਾਹ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਾਰੇ ਹੀ ਗੁਰੂ ਨਾਲ ਜੁੜਨ, ਸਾਰੇ ਹੀ ਅਗਰ ਇਸ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋਈ, ਇਹ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ, ਆਪਣੇ ਜੀਵਨ ਦਾ ਜੋ ਮਕਸਦ ਹੈ ਉਸ ਨੂੰ ਨਿਭਾਉਣ, ਕਿਉਂਕਿ ਪਰਮਾਤਮਾ ਨੇ ਇਹ ਨਹੀਂ ਜੇ ਪੁੱਛਣਾ, ਅੰਤ ਵੇਲੇ ਕਿਸੇ ਨਹੀਂ ਜੇ ਪੁੱਛਣਾ, ਕਿਉਂਕਿ ਲਿਖਿਆ ਅੰਤ ਕਾਲ ਜੋ ਨਾਰਾਇਣ ਸਿਮਰੇ। ਇਹ ਅੰਤ ਕਾਲ ਮਨੁੱਖਾ ਜਨਮ ਜੋ ਹੈ
ਇਹਦੇ ਵਿੱਚ ਜੋ ਨਾਰਾਇਣ ਨੂੰ, ਅਕਾਲ ਪੁਰਖ ਨੂੰ, ਹਰੀ ਨੂੰ, ਸੋਹਣ ਨੂੰ ਜੋ ਸਿਮਰਨ ਕਰਦਾ ਹੈ, ਉਸਦਾ ਹੀ ਸੰਸਾਰ ਵਿੱਚ ਆਉਣਾ ਸਫਲ ਹੁੰਦਾ ਹੈ। ਅੰਤਕਾਲ ਤੇ ਇਹ ਨਹੀਂ ਪੁੱਛਣਾ ਕਿ ਤੇਰੇ ਕੋਲ ਕਾਰ ਕਿਹੜੀ ਸੀ, ਰੋਲਜ਼ ਰਾਇਸ ਸੀ, ਮਰਸੇਡੀਜ਼ ਸੀ, ਕੀ ਸੀ। ਅੰਤਕਾਲ ਨੇ ਤੇ ਲੇਖੇ 'ਚ ਲੱਗਣਾ, ਤੂੰ ਕਦੇ ਕਿਸੇ ਨੂੰ ਲਿਫਟ ਵੀ ਦਿੱਤੀ ਸੀ ਕਿ ਨਹੀਂ ਸੀ ਦਿੱਤੀ। ਅੰਤਕਾਲ ਕਿਸੇ ਨੇ ਜੇ ਪੁੱਛਣਾ, ਅੱਜ ਬਿਦਰ ਨੂੰ ਚੇਤੇ ਕਰ ਰਹੇ ਆ ਜਿਹੜਾ ਝੁੱਗੀ 'ਚ ਰਹਿੰਦਾ ਸੀ, ਉਹਨਾਂ ਨੂੰ ਨਹੀਂ ਕਰ ਰਹੇ ਜਿਹੜੇ ਸੋਨੇ ਦੇ ਲੰਕਾ ਵਿੱਚ ਰਹਿੰਦੇ ਸਨ। ਅੰਤਕਾਲ ਕਿਸੇ ਨੇ ਜੇ ਪੁੱਛਣਾ ਕਿ ਤੇਰਾ ਮਕਾਨ ਕਿੰਨਾ ਵੱਡਾ ਸੀ, ਅੰਤਕਾਲ ਇਹੀ ਪੁੱਛਣਾ ਹੈ, ਤੂੰ ਆਪਣੇ ਮਕਾਨ ਦੇ ਵਿੱਚ ਪ੍ਰਾਹੁਣੇ ਕਦੇ ਸੱਦੇ ਵੀ ਸੀ, ਕਿਸੇ ਨੂੰ ਸੱਦ ਕੇ ਪ੍ਰਸ਼ਾਦਾ ਵੀ ਛਕਾਇਆ ਸੀ ਕਿ ਨਹੀਂ ਛਕਾਇਆ। ਅੰਤਕਾਲ ਇਹ ਕਿਸੇ ਨੇ ਜੇ ਪੁੱਛਣਾ ਕਿ ਤੂੰ, ਅੰਤਕਾਲ ਇਹ ਨਹੀਂ ਪੁੱਛਣਾ ਕਿਸੇ ਨੇ ਕਿ ਤੇਰੇ ਕਿੰਨੇ ਕੁ ਮਿੱਤਰ ਸਨ। ਅੰਤਕਾਲ ਤੇ ਫੈਸਲਾ ਇੱਥੇ ਹੋਣਾ, ਤੂੰ ਕਿੰਨਿਆਂ ਦਾ ਮਿੱਤਰ ਸੀ। ਅੰਤਕਾਲ ਇਹ ਕਿਸੇ ਨੇ ਜੇ ਪੁੱਛਣਾ ਤੇਰਾ ਬੈਂਕ ਬੈਲੈਂਸ ਕੀ ਸੀ, ਇਹੀ ਪੁੱਛਣਾ ਹੈ ਤੁਸੀਂ ਦਾਨ ਪੁੰਨ ਕੋ ਕੀਤਾ ਸੀ ਕਿ ਨਹੀਂ ਕੀਤਾ। ਸੋ ਦਾਸ ਅਰਦਾਸ ਕਰਦਾ, ਐਸੇ ਜੋ ਪੁਰਾਤਨ ਇਤਿਹਾਸ 'ਚ ਮਹਾਂਪੁਰਸ਼ ਹੋਏ ਨੇ, ਬਿਦਰ ਜੀ ਵਰਗੇ, ਉਹਨਾਂ ਤੋਂ ਹੀ ਸਿੱਖਿਆ ਸਿੱਖੀਏ, ਔਰ ਵੱਡੇ ਵੱਡੇ ਹੰਕਾਰੀ ਬੰਦਿਆਂ ਦੀ ਜਗ੍ਹਾ ਗੁਰੂ ਦਾ ਆਸਰਾ ਲਈਏ। ਕੋਈ ਗਲਤੀ ਹੋ ਗਈ ਹੋਵੇ ਮਾਫ਼ ਕਰਨਾ। ਜੈ ਗੁਰਦੇਵ, ਧੰਨ ਗੁਰਦੇਵ ਜੀ।